मैं तुहाडे रूबरू हुन्ना ट्यूसडे वैनसडे थर्सडे शाम ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ ਗੱਲਾਂ ਬਹੁਤ ਨੇ, ਬਹੁਤ ਚੀਜ਼ਾਂ ਜਿਹੜੀਆਂ ਕਵਰ ਕਰਨ ਵਾਲੀਆਂ ਪਈਆਂ ਨੇ, ਪਰ ਸਾਡੇ ਨਾਲ ਮੁਅੱਜ਼ਜ਼ ਮਹਿਮਾਨ ਇੰਡੀਆ ਤੋਂ ਜੁੜ ਗਏ ਨੇ। ਮੇਰਾ ਕਹਿਣ ਤੋਂ ਭਾਵ ਸ਼੍ਰੀ ਅਨੰਦਪੁਰ ਸਾਹਿਬ ਤੋਂ ਫਾਰਮਰ MP ਮੈਂਬਰ ਆਫ ਪਾਰਲੀਮੈਂਟ ਤੇ ਆਪਣੇ ਸੀਨੀਅਰ ਅਕਾਲੀ ਲੀਡਰ ਪ੍ਰੋਫੈਸਰ ਚੰਦੂ ਮਾਜਰਾ ਜੀ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਸਾਡੇ ਨਾਲ ਜੁੜ ਗਏ ਨੇ। ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਕੰਟੀਨਿਊ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਜੀ ਚੰਦੂ ਮਾਜਰਾ ਜੀ। ਗੁਰੂ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹੋਰ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਹਾਂਜੀ ਧੰਨਵਾਦ, ਤੁਸੀਂ ਟਾਈਮ ਕੱਢਿਆ ਚੰਦੂ ਮਾਜਰਾ ਸਾਹਿਬ। ਮਿਹਰਬਾਨੀ। ਹਾਂਜੀ ਮੈਨੂੰ ਪਤਾ ਵੀ ਤੁਸੀਂ ਵੀ ਕਿਤੇ ਜਾਣਾ ਹੈ ਜੀ। ਆਪਾਂ ਸ਼ੋਰਟ ਤੇ ਬੜਾ ਸਵੀਟ ਰੱਖਾਂਗੇ ਕੁਐਸਚਨ ਤੇ ਚੰਦੂ ਮਾਜਰਾ ਸਾਹਿਬ ਮੈਂ ਸ਼ੁਰੂ ਕਰੂੰਗਾ ਥੋੜਾ ਜਿਹਾ ਤੁਹਾਡੀ ਜਦੋਂ ਸਟੂਡੈਂਟ ਲਾਈਫ ਸੀ ਉੱਥੋਂ ਸ਼ੁਰੂ ਕਰੂੰਗਾ। ਤੇ ਤੁਸੀਂ ਮਹਿਰੂਮ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਨਾਲ ਰਹੇ ਹੋ, ਉਸ ਗਰੁੱਪ ਦੇ ਵਿੱਚ ਰਹੇ ਹੋ। ਕੀ ਉਹ ਗਰੁੱਪ ਅੱਜ ਵੀ ਮਜ਼ਬੂਤੀ ਵਿੱਚ ਹੈ? ਉਹ ਜਿਹੜੇ ਬੰਦੇ ਅੱਜ ਵੀ ਤੁਹਾਡੇ ਨਾਲ ਜੁੜੇ ਹੋਏ ਹੈ ਕਿ ਉਹ ਇੰਨੀ ਮਜ਼ਬੂਤੀ ਨਹੀਂ ਫੜ ਰਿਹਾ ਗਰੁੱਪ? ਨਹੀਂ, ਸਹੀ ਮਾਇਨੇ ਵਿੱਚ ਮੈਂ ਸਟੂਡੈਂਟ ਲਾਈਫ ਜਦੋਂ ਸ਼ੁਰੂ ਕੀਤੀ ਆ ਉਦੋਂ ਤਾਂ ਵਿਦਿਆਰਥੀ ਆਗੂ ਸੀ, ਉਦੋਂ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਸੀ ਸੰਬੰਧ ਸਾਡਾ। ਨਿਰੋਲ ਵਿਦਿਆਰਥੀਆਂ ਦੀਆਂ ਮੰਗਾਂ ਲੈ ਕੇ ਹੀ ਅਸੀਂ ਲੜਾਈ ਲੜਦੇ ਸੀ, ਬਲਕਿ ਸਾਰੇ ਪੋਲੀਟੀਕਲ ਪਾਰਟੀਆਂ ਤੇ ਅਸੀਂ ਅਲੱਗ ਹੀ ਸੀ ਹੁੰਦੇ। ਪਰ ਐਮਰਜੈਂਸੀ 'ਚ ਜਦੋਂ ਮੇਰੇ ਤੇ ਮਿੱਸਾ ਲੱਗਿਆ, ਸਟੂਡੈਂਟ ਦੇ ਵਿੱਚੋਂ ਪੰਜਾਬ 'ਚ ਪਹਿਲਾ ਵਿਦਿਆਰਥੀ ਲੀਡਰ ਸੀ ਜਿਹਦੇ ਮੇਰੇ ਤੇ ਮਿੱਸਾ ਲੱਗਿਆ, ਕਿਉਂਕਿ ਗਿਆਨੀ ਜੈਲ ਸਿੰਘ ਉਸ ਸਮੇਂ ਮੁੱਖ ਮੰਤਰੀ ਸੀ, ਉਹ ਮੇਰੇ ਬਹੁਤ ਵਿਰੁੱਧ ਰਹੇ ਜੀ। ਤੇ ਅਸੀਂ ਵਗੈਰਾ ਕਰਦੇ ਸੀ, ਮੋਗੇ ਗੋਲੀ ਚੱਲ ਗਈ ਸੀ, ਉਦੋਂ ਅਸੀਂ ਯੂਨੀਵਰਸਿਟੀ ਉਹਨਾਂ ਨੂੰ ਵੜ ਨਹੀਂ ਸੀ ਦਿੱਤਾ। ਤੋਂ ਉਹਨਾਂ ਦੀ ਪਰਸਨਲ ਵੀ ਸੀ ਤੇ ਉਹਨਾਂ ਨੇ ਮੇਰੇ ਤੇ ਮਿੱਸਾ ਲਾਤਾ। ਫਿਰ ਅਕਾਲੀ ਲੀਡਰਸ਼ਿਪ ਨਾਲ ਉੱਥੇ ਜੇਲ੍ਹਾਂ 'ਚ ਸਾਡਾ ਵਾਸਤਾ ਪਿਆ। ਬਾਕੀ ਜਿਵੇਂ ਸ਼੍ਰੀ ਚੰਦਰ ਸ਼ੇਖਰ ਜੀ ਜਾਂ ਹੋਰ ਕਈ ਸੋਸ਼ਲਿਸਟ ਲੀਡਰ ਸੀ, ਉਹਨਾਂ ਨਾਲ ਵੀ ਸਾਡਾ ਵਾਸਤਾ ਪਿਆ ਤੇ ਬਾਅਦ ਵਿੱਚ ਮੈਂ ਪੋਲੀਟੀਕਲ ਸਿਸਟਮ ਦੇ ਵਿੱਚ ਭਾਵੇਂ ਨਹੀਂ ਸੀ ਆਉਣਾ ਚਾਹੁੰਦਾ, ਕਿਉਂਕਿ ਮੈਂ ਲੈਕਚਰਰ ਲੱਗ ਗਿਆ ਸੀ ਗਵਰਨਮੈਂਟ ਕਾਲਜ ਡੇਰਾਬੱਸੀ ਤੇ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਬਤੌਰ ਵਿਸ਼ਾ ਮਾਹਰ ਮਤਲਬ ਸਬਜੈਕਟ ਐਕਸਪਰਟ ਦੇ ਤੌਰ ਤੇ ਮੈਂ ਨੌਕਰੀ ਕੀਤੀ। ਪਰ ਸਾਡ ਦਰਬਾਰਾ ਸਰਕਾਰ ਆ ਗਈ, ਉਹਨੇ ਪੁਰਾਣਾ ਰਿਕਾਰਡ ਦੇਖ ਕੇ ਹੀ ਅਕਾਲੀ ਦਲ ਨੇ ਐਜੀਟੇਸ਼ਨ ਕੀਤੀ, ਕਿਰਾਇਆ ਬੱਸ ਕਿਰਾਇਆ ਵੱਧ ਗਿਆ ਸੀ ਉਹਦੇ ਅਗੇਂਸਟ, ਤੇ ਮੇਰੇ ਤੇ ਵੀ ਮੈਨੂੰ ਵੀ ਜਾ ਕੇ ਜੇ ਅੰਦਰ ਕਰਤਾ। ਤੇ ਉਸ ਸਮੇਂ ਮੈਨੂੰ ਨੌਕਰੀ ਤੋਂ ਅਸਤੀਫਾ ਦੇਣਾ ਪੈ ਗਿਆ ਤੇ ਫਿਰ ਮੈਂ ਯੂਥ ਅਕਾਲੀ ਦਲ ਦਾ ਪ੍ਰਧਾਨ ਮੈਨੂੰ ਪਹਿਲੀ ਵਾਰੀ ਅਕਾਲੀ ਦਲ ਨੇ ਬਣਾਇਆ। ਸੰਤ ਹਰਜਨ ਸਿੰਘ ਲੌਂਗੋਵਾਲ ਹੋਰਾਂ ਨੇ ਚੌੜਾ ਸਾਹਿਬ ਦੀ ਸਿਫਾਰਿਸ਼ ਤੇ ਕਿ ਯੂਥ ਪਹਿਲਾਂ ਨਹੀਂ ਸੀ ਹੁੰਦਾ ਅਕਾਲੀ ਦਲ ਨਾਲ, ਪਹਿਲੀ ਵਾਰੀ ਸੀ ਅਕਾਲੀ ਦਲ ਨੇ ਲੋੜ ਮਹਿਸੂਸ ਕੀਤੀ ਤੇ ਯੂਥ ਦਾ ਲੀਡਰ ਪਹਿਲਾ ਮੈਂ ਬਣਿਆ ਯੂਥ ਵਿੰਗ ਦਾ। ਤੇ ਪੰਜਾਬ ਦੇ ਵਿੱਚ ਯੂਥ ਨੂੰ ਲਾਮਬੰਦ ਜਿਵੇਂ ਕੀਤਾ, ਉਹਦੇ ਨਾਲ ਅਕਾਲੀ ਲੀਡਰਸ਼ਿਪ ਬੜੀ ਪ੍ਰਭਾਵਿਤ ਹੋਈ ਵੀ ਇੰਨੇ ਮੁੰਡੇ ਨਾਲ ਜੋੜਤੇ। ਉਹ ਕੁਦਰਤੀ ਰਿਸਪੈਕਟ ਜਾਨੀ ਪਾਰਟੀ ਸਭਾ 'ਚ ਪਾਰਟੀ ਲੀਡਰਸ਼ਿਪ 'ਚ ਇੱਕ ਵੱਖਰੀ ਉਹ ਬਣ ਗਈ, ਕਿਉਂਕਿ ਨੌਜਵਾਨ ਵੱਡੀ ਗਿਣਤੀ ਜੋੜੇ ਸੀ। ਇਸ ਕਰਕੇ ਮੈਂ ਜਦੋਂ ਚੋਣ ਆਈ, ਜਿੱਥੋਂ ਮੈਂ ਮੰਗੀ ਸੀਟ ਉੱਥੇ ਸੀਟ ਮਿਲ ਗਈ। ਫਿਰ ਵਜ਼ੀਰੀ ਵੀ ਸਭ ਤੋਂ ਛੋਟੀ ਉਮਰ 'ਚ ਸਭ ਤੋਂ ਵੱਡੇ ਮਹਿਕਮੇ ਦਾ ਮੈਨੂੰ ਵਜ਼ੀਰ ਬਣਾਇਆ, ਸਹਿਕਾਰਤਾ ਮੰਤਰੀ। ਤੇ ਸਹਿਕਾਰਤਾ ਮੰਤਰੀ ਦੇ ਤੌਰ ਤੇ ਵੀ ਮੈਂ ਕੁਛ ਇਹੋ ਜਿਹੇ ਕੰਮ ਕੀਤੇ ਜਿਹੜੇ ਅੱਜ ਤੱਕ ਨਹੀਂ ਹੋ ਸਕੇ, ਜਿਵੇਂ ਉਹਨਾਂ ਦੇ ਕਰਜ਼ੇ ਦੀ ਵਸੂਲੀ ਦੀ ਗੱਲ ਹੁਣ ਤੱਕ ਚੱਲਦੀ ਆ। ਇਹ ਹੱਥਕੜੀਆਂ ਹੁੰਦੀਆਂ ਸੀ ਅੱਗੇ, ਇੱਕ ਨੋਟਸ ਦਿੰਦਾ ਸੀ ਮਹਿਕਮਾ, ਹਫ਼ਤੇ ਬਾਅਦ ਹੱਥਕੜੀ ਲਾ ਕੇ ਲੈ ਜਾਂਦੇ ਸੀ 40 ਦਿਨ ਲਈ। ਮੈਂ ਉਹ ਸਿਸਟਮ ਕਰਤਾ ਵੀ ਕਿਸੇ ਦੇ ਹੱਥ ਨੂੰ ਹੱਥਕੜੀ ਨਹੀਂ ਲੱਗੀ ਕਰਜ਼ੇ ਦੀ ਵਸੂਲੀ ਲਈ। ਹਿੰਦੁਸਤਾਨ ਦੇ ਵਿੱਚ ਖਾਦਾਂ ਮਹਿੰਗੀਆਂ ਸੀ, ਪੰਜਾਬ 'ਚ ਸਸਤੀਆਂ ਸੀ, ਕਿਉਂਕਿ ਉਸ ਸਮੇਂ ਜਿੰਨਾ ਸਾਰਾ ਹਿੰਦੁਸਤਾਨ ਖਾਦ ਖਰੀਦਦਾ ਸੀ ਉਨਾ ਇਕੱਲਾ ਪੰਜਾਬ ਖਰੀਦਦਾ ਸੀ। ਮੈਂ ਕਿਹਾ ਵੀ ਡਿਸਕਾਊਂਟ ਦਿਓ, ਉਹ ਡਿਸਕਾਊਂਟ ਅਸੀਂ ਲੋਕਾਂ ਦੇ ਵਿੱਚ ਵੰਡਿਆ। ਇਸ ਕਰਕੇ ਖਾਦਾਂ ਸਸਤੀਆਂ ਕਰਕੇ ਤੇ ਹੱਥਕੜੀਆਂ ਹਟਾ ਕੇ ਤੇ ਇੱਕ ਕਮ ਸੇ ਕਮ 40-50 ਹਜ਼ਾਰ ਮੇਰੀ ਕਲਮ ਨਾਲ ਨੌਕਰੀ ਲੱਗਿਆ ਬੱਚਾ ਸਾਰੇ ਪੰਜਾਬ 'ਚ ਇੱਕ ਸਾਲ 'ਚ। ਖਾਸ ਕਰਕੇ ਚੰਦੂ ਮਾਜਰਾ ਸਾਹਿਬ ਜੇ ਉਧਰ ਫਤਿਹਗੜ੍ਹ ਸਾਹਿਬ ਜਾਂ ਉੱਪਰਲਾ ਅਨੰਦਪੁਰ ਸਾਹਿਬ, ਰਾਜਪੁਰਾ, ਪਟਿਆਲਾ ਡਿਸਟ੍ਰਿਕਟ ਲੈ ਲਈਏ ਤੇ ਲੋਕ ਅੱਜ ਵੀ ਬੜੇ ਸ਼ੁਕਰਗੁਜ਼ਾਰ ਨੇ ਇੱਥੇ ਜਿਹੜੇ ਬਾਹਰ ਆਏ ਹੋਏ ਨੇ ਉਸ ਏਰੀਆ ਦੇ, ਤੇ ਉਹ ਦੱਸਦੇ ਹੁੰਦੇ ਆ ਕਿ ਕਿਵੇਂ ਜਿੱਦਾਂ ਨੌਕਰੀਆਂ ਦਾ ਕੰਮ ਤੁਸੀਂ ਕੀਤਾ, ਡਿਸਕਾਊਂਟ ਦਵਾਏ ਖਾਦਾਂ ਦੇ ਵਿੱਚ ਤੇ ਆਹ ਹੱਥਕੜੀ ਸਿਸਟਮ। ਤੇ ਅਗਲਾ ਕੁਐਸਚਨ ਹੈ ਚੰਦੂ ਮਾਜਰਾ ਸਾਹਿਬ ਆਪਣਾ ਕਿ ਐਟ ਦਿਸ ਟਾਈਮ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਆ ਉਹ ਇੰਟਰਨਲ ਡੈਮੋਕ੍ਰੇਸੀ ਹੱਲੇ ਵੀ ਕਾਇਮ ਹੈ ਕਿ ਤੁਸੀਂ ਸਾਰਾ ਕੋਲੈਕਟਿਵ ਡਿਸੀਜਨ ਲੈਂਦੇ ਹੋ ਸਾਰੇ ਇਸ ਟਾਈਮ ਜੇ ਕੋਈ ਵੀ ਕੰਮ ਕਰਨਾ ਜੀ? ਦੇਖੋ ਅਕਾਲੀ ਦਲ ਦਾ ਇੱਕ ਸਿਸਟਮ, ਵਿਧਾਨ, ਕਾਇਦਾ ਕਾਨੂੰਨ ਤਾਂ ਹੈ ਹੀ ਹੈ ਜੀ, ਉਹ ਹੀ ਕਾਇਮ ਰੱਖਿਆ ਹੋਇਆ। ਜਿਵੇਂ ਹੁਣ ਸਾਡੀ ਕੋਰ ਕਮੇਟੀ ਆ, ਹੁਣ ਵੀ 1 ਵਜੇ ਫੇਰ ਮੀਟਿੰਗ ਆ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਤੁਰਤ।
ਜੀ ਜੀ ਜਦੋਂ ਵੀ ਕੋਈ ਅਹਿਮ ਫੈਸਲਾ ਲੈਣਾ ਤੇ ਉਦੋਂ ਲਾਜ਼ਮੀ ਤੌਰ ਤੇ ਕੰਸਲਟ ਕੀਤਾ ਜਾਂਦਾ ਸਾਰੀ ਮਤਲਬ ਉੱਪਰਲੀ ਲੀਡਰਸ਼ਿਪ ਨੂੰ, ਜੀ ਜੀ ਉਹਨੂੰ ਅਸੀਂ ਕਾਇਮ ਰੱਖਿਆ ਹੋਇਆ। ਚੰਦੂਮਾਜਰਾ ਸਾਹਿਬ, ਤੀਸਰਾ ਕੁਐਸਚਨ ਮੇਰਾ ਇਹ ਹੈ ਕਿ ਤੁਸੀਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਮੈਂਬਰ ਰਹੇ ਹੋ, ਤੇ ਜੋ ਅੱਜ ਕੱਲ੍ਹ ਕਿਸਾਨ ਅੰਦੋਲਨ ਚੱਲ ਰਿਹਾ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਵਾਇਲੇਸ਼ਨ ਹੋਈ ਆ ਇਸ ਚੀਜ਼ਾਂ ਨੂੰ ਲੈ ਕੇ? ਦੇਖੋ, ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਜਿਹੜੀ ਮੈਂ ਭੁੱਲ ਗਿਆ ਸੀ, ਮੈਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਪ੍ਰਧਾਨ ਵੀ ਰਿਹਾ ਜੀ ਜ਼ਿਲ੍ਹੇ ਦਾ, ਤੇ ਪੰਜਾਬ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਪੰਜਾਬ ਲੈਵਲ ਦੀ ਬਾਡੀ ਉਹਦਾ ਵੀ। ਇਹ ਜਿਹੜੇ ਹਿਊਮਨ ਰਾਈਟਸ ਦੀ ਉਲੰਘਣਾ ਤਾਂ ਹੈ ਹੀ ਹੈ ਆ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਸ਼ਤਾਬਦੀ ਆਪਾਂ ਮਨਾਉਣ ਜਾ ਰਹੇ ਹਾਂ। ਜੀ 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 ਤੇ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਨਵੀ ਹੱਕਾਂ ਲਈ ਲੜਾਈ ਲੜੀ। ਉਹ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਜਿਹੜੀ ਹੋਈ ਉਹ ਵੀ ਮਾਨਵੀ ਹੱਕਾਂ ਲਈ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਇਸ ਦੇਸ਼ ਜੀਓ ਔਰ ਜੀਣੇ ਦਿਓ, ਇਹ ਮਾਨਵੀ ਹੱਕਾਂ ਦੀ ਪ੍ਰੋੜਤਾ ਕਰਦਾ। ਔਰ ਮਾਨਵੀ ਹੱਕਾਂ ਦੀ ਲੜਾਈ ਹੈ ਵੀ ਜਿਹੜੀ ਹੈ ਨਾ ਜੀ, ਆਪਣਾ ਕਿਸਾਨ ਸੰਘਰਸ਼ ਵੀ, ਇਹ ਵੀ ਮਾਨਵੀ ਹੱਕਾਂ ਦੀ ਲੜਾਈ ਦਾ ਹਿੱਸਾ। ਕਿਉਂਕਿ ਮਨੁੱਖ ਜੀਣ ਵਾਸਤੇ, ਤੁਰਨ ਵਾਸਤੇ, ਬੋਲਣ ਵਾਸਤੇ, ਖਾਣ ਪੀਣ ਵਾਸਤੇ, ਰਹਿਣ ਵਾਸਤੇ, ਮਤਲਬ ਹਰ ਤਰ੍ਹਾਂ ਦੀ ਆਜ਼ਾਦੀ ਜਿਹੜੀ ਹੈ ਉਹ ਸਾਡਾ ਸੰਵਿਧਾਨ ਵੀ ਕਹਿੰਦਾ, ਸਾਡਾ ਸਮਾਜ ਵੀ ਕਹਿੰਦਾ। ਜਦੋਂ ਸਰਕਾਰਾਂ ਇਸ ਤਰ੍ਹਾਂ ਦੇ ਹੱਕ ਖੋਹਦੀਆਂ ਨੇ ਜਾਂ ਹੱਕਾਂ ਤੇ ਕੋਈ ਪਾਬੰਦੀ ਲਾਉਂਦੀਆਂ ਨੇ ਤਾਂ ਕੁਦਰਤੀ ਤੇ ਮਾਨਸਿਕ ਪੀੜਾ ਵੀ ਹੁੰਦੀ ਆ ਤੇ ਸਮਾਜ ਵਿੱਚ ਵੀ ਵਿਰੋਧ ਹੁੰਦਾ। ਸੋ ਆਹ ਜਿਹੜੀ ਹੁਣ ਖੇਤੀ ਸੰਬੰਧੀ ਬਣਾਏ ਕਾਨੂੰਨ ਭਾਵੇਂ ਆਰਥਿਕ ਤੌਰ ਤੇ ਵੀ ਇੱਕ ਨੁਕਸਾਨ ਕਰਨਗੇ, ਪਰ ਸਾਡੇ ਮਾਨਵੀ ਹੱਕਾਂ ਤੇ ਵੀ ਚੋਟ ਆ। ਕਿਉਂਕਿ ਜਦੋਂ ਮਨੁੱਖ ਨੂੰ ਆਪਣੀ ਕਿਰਤ ਦੀ ਕਮਾਈ ਦੀ ਸਹੀ ਭਾਅ ਨਾ ਮਿਲੇ, ਜਾਂ ਇਹ ਕਹਿ ਲਓ ਕਿ ਉਹਦੇ ਕੀਤੇ ਕੰਮਾਂ ਦਾ ਮੁੱਲ ਨਾ ਪਵੇ, ਤਾਂ ਕੁਦਰਤੀ ਤੌਰ ਤੇ ਉਹਨੂੰ ਪੀੜਾ ਹੁੰਦੀ ਆ। ਇਹ ਵੀ ਮਾਨਸਿਕ ਪੀੜਾ ਜਿਹੜੀ ਆ ਮਨੁੱਖੀ ਹੱਕਾਂ ਨਾਲ ਸੰਬੰਧਿਤ ਆ। ਸੋ ਮੈਂ ਸਮਝਦਾ ਕਿ ਆ ਜਿਹੜਾ ਸੰਘਰਸ਼ ਹੈ ਇਹ ਮਾਨਵੀ ਹੱਕਾਂ ਦੀ ਲੜਾਈ ਦਾ ਇੱਕ ਹਿੱਸਾ। ਜੀ 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 ਚੰਦੂਮਾਜਰਾ ਸਾਹਿਬ, ਇੱਕ ਮੈਂ ਕੁਐਸਚਨ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇਹ ਸਾਰਿਆਂ ਦੇ ਕੁਐਸਚਨ ਨੇ, ਜਦੋਂ ਤੱਕ ਬਾਪ ਯਾਨੀ ਕਿ ਪਿਤਾ ਜੀ ਹਲੇ ਤਾਈਂ ਸਭ ਐਕਟਿਵ ਹੁੰਦੇ ਨੇ, ਹੈਲਥੀ ਹੁੰਦੇ ਨੇ, ਉਹ ਪੋਲੀਟਿਕਸ 'ਚ ਇਨਵੋਲਵ ਹੁੰਦੇ ਨੇ, ਚਾਹੇ ਆਪਾਂ ਪਰ ਪੁੱਤਰ ਉਦੋਂ ਹੀ ਐਂਟਰੀ ਲੈ ਲੈਂਦਾ ਹੈ, ਉਹ ਚਾਹੇ ਬਿਹਾਰ ਦੀ ਹੋਵੇ, ਮੁਲਾਇਮ ਸਿੰਘ ਯਾਦਵ ਲੈ ਲਈਏ, ਲਾਲੂ ਪ੍ਰਸਾਦ ਯਾਦਵ ਲੈ ਲਈਏ, ਜਾਂ ਹਰਿਆਣੇ ਵਾਲੇ ਚਟਾਲੇ ਲੈ ਲਈਏ ਆਪਾਂ, ਜਾਂ ਭੁਪਿੰਦਰ ਸਿੰਘ ਹੁੱਡਾ ਲੈ ਲਈਏ, ਆਪਣੇ ਪੰਜਾਬ 'ਚ ਲੈ ਲਈਏ। ਤੇ ਇਹ ਕੀ ਕਾਰਨ ਹੈ ਕਿ ਉਹ ਪੁੱਤਰ ਪਹਿਲਾਂ ਆ ਕੇ ਟੇਕ ਓਵਰ ਕਰਨਾ ਸ਼ੁਰੂ ਕਰ ਦਿੰਦਾ? ਇਹਦੇ ਵਿੱਚ ਜਿਹੜੇ ਲੋਕਲ ਹੁੰਦੇ, ਜਿੱਦਾਂ ਤੁਹਾਡਾ ਏਰੀਆ ਸ਼੍ਰੀ ਅਨੰਦਪੁਰ ਸਾਹਿਬ ਜਾਂ ਰਾਜਪੁਰੇ ਕੋਈ ਸੀਟ, ਉਹਦੇ ਵਿੱਚ ਜਿਹੜੇ ਵਰਕਰਸ ਹੁੰਦੇ ਆ ਉਹਨਾਂ ਦੇ ਵਿੱਚ ਨਾਰਾਜ਼ਗੀ ਦੇਖੀ ਜਾਂਦੀ ਹੈ ਇਸ ਚੀਜ਼ ਨੂੰ ਲੈ ਕੇ ਕਿ ਸਾਡਾ ਵੀ ਨੰਬਰ ਲੱਗਣਾ ਚਾਹੀਦਾ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਤੇ ਪਾਬੰਦੀ ਤਾਂ ਹੈ ਨਹੀਂ। ਜਦੋਂ ਹਰ ਇੱਕ ਨੂੰ ਚੋਣ ਲੜਨ ਦਾ, ਹਰ ਇੱਕ ਨੂੰ ਮਤਲਬ ਵੋਟ ਪਾਉਣ ਦਾ ਅਧਿਕਾਰ ਆ, ਤੇ ਫਿਰ ਜੇ ਕੋਈ ਲੀਡਰ ਆ ਤੇ ਉਹਦੇ ਪਰਿਵਾਰ ਨੂੰ ਵੀ ਉਨਾ ਹੀ ਹੱਕ ਆ। ਤੇ ਦੂਜੀ ਗੱਲ ਇਹ ਵੀ ਹੁੰਦੀ ਆ, ਕੁਦਰਤੀ ਤੌਰ ਤੇ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ, ਇਹਨਾਂ ਦੇ ਘਰਾਂ ਦੇ ਵਿੱਚ ਇੱਕ ਐਸਾ ਮਾਹੌਲ ਹੁੰਦਾ ਵੀ ਪਬਲਿਕ ਆਉਂਦੀ ਆ, ਪਬਲਿਕ ਡੀਲਿੰਗ ਹੁੰਦੀ ਆ, ਬੱਚਿਆਂ ਦੀ ਪੜ੍ਹਾਈ ਦਾ ਵੀ ਅਸਰ ਪੈਂਦਾ, ਉਹਨਾਂ ਦੇ ਰਹਿਣ ਸਹਿਣ ਤੇ ਵੀ ਅਸਰ ਪੈਂਦਾ, ਉਹਨਾਂ ਦੀਆਂ ਆਦਤਾਂ ਵੀ ਫਿਰ ਕੁਦਰਤੀ ਤੌਰ ਤੇ ਉਹਨਾਂ ਦਾ ਵਿਵਹਾਰ ਵੀ ਪੋਲੀਟੀਕਲ ਸਿਸਟਮ ਦੇ ਨਾਲ ਜੁੜ ਜਾਂਦਾ। ਤੇ ਉਹ ਇੱਕ ਮਤਲਬ ਜੇ ਆਪਾਂ ਦੇਖੀਏ ਨਾ, ਕੈਰੀਅਰਿਸਟ ਜਾਂ ਵੀ ਐਜੂਕੇਸ਼ਨ ਦੇ ਪੱਖੋਂ ਜਾਂ ਹੋਰ ਉਧਰ ਉਹ ਇਫੈਕਟ ਵੀ ਹੁੰਦੇ ਨੇ। ਮਤਲਬ ਤੁਸੀਂ ਤੁਹਾਡੇ ਘਰੇ ਸਵੇਰੇ ਆਣ ਕੇ 6 ਵਜੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ 150 ਬੰਦਾ ਆ ਜਾਣਾ, ਉਹਨਾਂ ਨੂੰ ਚਾਹ ਪਿਲਾਉਣੀ ਆ, ਉਹਨਾਂ ਨੂੰ ਮਿਲਣਾ, ਫਿਰ ਰਾਤ ਦੇ 11-12 ਵਜੇ ਤੱਕ ਵੀ ਕੁੰਡਾ ਖੜਕਾ ਲੈਣਾ, ਫਿਰ ਵੀ ਉੱਠਣਾ। ਤੇ ਕੁਦਰਤੀ ਤੌਰ ਤੇ ਬੱਚੇ ਵੀ ਪ੍ਰਭਾਵਿਤ ਹੁੰਦੇ ਨੇ। ਸੋ ਜਿਹੜੇ ਤਾਂ ਇਸ ਤਰ੍ਹਾਂ ਪੋਲੀਟੀਕਲ ਸਿਸਟਮ ਦੇ ਵਿੱਚੋਂ ਬੱਚੇ ਨਿਕਲ ਕੇ ਆਉਂਦੇ ਨੇ, ਜੇ ਉਹ ਅੱਗੇ ਆਉਣ ਤਾਂ ਮੇਰਾ ਖਿਆਲ ਆ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਹਾਂ, ਆਂਡਿਓ ਨਹੀਂ ਦੇਣੀ ਚਾਹੀਦੀ ਇਸ ਗੱਲ ਤੇ ਵੀ ਫਲਾਣੇ ਦਾ ਮੁੰਡਾ ਜੀ, ਉਹ ਭਾਵੇਂ ਆਪ ਅਮਰੀਕਾ ਕੈਨੇਡਾ ਰਿਹਾ ਹੋਵੇ ਤੇ ਆਣ ਕੇ ਉਹਨੂੰ ਮੂਹਰੇ ਲੀਡਰ ਬਣਾ ਦਿਓ। ਉਹ ਗੱਲ ਤਾਂ ਕਿਸੇ ਤਰ੍ਹਾਂ ਪਿੰਚ ਕਰਦੀ ਆ। ਪਰ ਜੇ ਤੁਹਾਡੇ ਕਿਸੇ ਲੀਡਰ ਦਾ ਬੱਚਾ ਤੁਹਾਡੇ ਫੀਲਡ ਦੇ ਵਿੱਚ ਰਹਿ ਕੇ ਸੇਵਾ ਕਰਕੇ ਅੱਗੇ ਆਉਂਦਾ ਤਾਂ ਮੇਰਾ ਖਿਆਲ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਨਾ ਉਹਦਾ ਹੱਕ ਹੋਣਾ ਚਾਹੀਦਾ। ਉਹਦਾ ਵੀ ਉਨਾ ਹੀ ਬਰਾਬਰ ਹੱਕ ਆ, ਮਤਲਬ ਜੇ ਇਹਦਾ ਹੱਕ ਆ। ਮੈਂ ਸਮਝਦਾ ਇੱਕ ਰੁਝਾਨ ਬਣ ਗਿਆ। ਇਹ ਗੱਲ ਪੱਕੀ ਆ ਕੁਦਰਤੀ ਤੌਰ ਤੇ ਵੀ ਜਦੋਂ ਥੋੜਾ ਬਹੁਤਾ ਵੇਟੇਜ ਤਾਂ ਮਿਲ ਜਾਂਦਾ ਵੀ ਉਹ ਫਲਾਣੇ ਦਾ ਮੁੰਡਾ ਜੀ, ਫਲਾਣੇ ਦੀਆਂ ਕੁਛ ਫਾਇਦੇ ਤਾਂ ਲੈ ਜਾਂਦਾ ਉਹ। ਪਰ
ਮੈਂ ਸਮਝਦਾ ਵੀ ਜੇ ਉਹਦੇ ਚ ਆਪ ਲੋਕਾਂ ਦੀ ਸੇਵਾ ਕਰਨ ਦੀ ਹਿੰਮਤ ਹੋਏਗੀ ਜਾਂ ਸੋਚ ਹੋਏਗੀ ਤਾਂ ਹੀ ਉਹ ਅੱਗੇ ਵੱਧ ਸਕੇਗਾ। ਜੀ ਕਈ ਤੁਸੀਂ ਜੀ ਜੀ ਦੇਖਿਆ ਹੁਣ ਬਹੁਤ ਚੰਗੇ ਚੰਗੇ ਲੀਡਰਾਂ ਦੇ ਮੁੰਡੇ ਕੋਸ਼ਿਸ਼ ਵੀ ਕਰਦੇ ਆ ਅੱਗੇ ਲਿਆਉਣ ਦੀ, ਪਰ ਨਹੀਂ ਹੁੰਦੇ ਉਹ। ਨਹੀਂ ਹੁੰਦੇ, ਮੰਨ ਲਓ ਹਾਂਜੀ। ਕਿੰਨਾ ਤਾਤੇ ਨਹੀਂ ਹੁੰਦਾ, ਤੇ ਜੀ ਜੀ ਫਿਰ ਉਹ ਮਤਲਬ ਉਹਨਾਂ ਦੇ ਲਿਆਉਣ ਦੇ ਬਾਵਜੂਦ ਵੀ ਉਹ ਅੱਗੇ ਨਹੀਂ ਵੱਧ ਸਕਦੇ। ਜੀ ਜੀ ਕਈ ਜੀ ਜਿਹੜੇ ਹੁੰਦੇ ਆ ਉਹਨਾਂ 'ਚ ਆਪ ਕੰਟੈਂਟ ਹੁੰਦਾ, ਉਹ ਆਪ ਆਪਣੀ ਕੋਸ਼ਿਸ਼ ਕਰਕੇ ਅੱਗੇ ਵੱਧ ਜਾਂਦੇ ਨੇ। ਜੀ ਜੀ ਚੰਦੂ ਮਾਜਰਾ, ਇੱਕ ਵਾਰ ਆਪਾਂ ਪਿੱਛੇ ਫਿਰ ਚੱਲਦੇ ਹਾਂ। ਜੋ ਤੁਹਾਡੀ ਸਟੂਡੈਂਟ ਲਾਈਫ ਸੀ, ਤੁਹਾਡੇ ਤੇ ਮੀਸਾ ਲੱਗਿਆ ਸੀਗਾ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਤੇ ਤੁਹਾਨੂੰ ਗ੍ਰਿਫਤਾਰੀ ਵੀ ਦੇਣੀ ਪਈ ਸੀ ਉਹਦੇ ਵਿੱਚ। ਉਹੋ ਜਿਹਾ ਸਿਚੁਏਸ਼ਨ ਹੁਣ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ, ਤੁਹਾਨੂੰ ਲੱਗਦਾ ਕਿ ਉਹ ਸਿਚੁਏਸ਼ਨ ਦੁਬਾਰਾ ਬਣ ਰਹੀ ਹੈ ਦੇਸ਼ ਦੇ ਵਿੱਚ? ਦੇਖੋ ਅਜੇ ਤਾਂ ਹਾਲਾਤ ਇਸ ਤਰ੍ਹਾਂ ਦੇ ਨਜ਼ਰ ਆ ਰਹੇ ਨੇ, ਕਿਉਂਕਿ ਐਮਰਜੈਂਸੀ ਦਾ ਜਿਹੜਾ ਕਾਲਾ ਦੌਰ ਸੀ ਉਹ ਵੀ ਇਸ ਤਰ੍ਹਾਂ ਦਾ ਸੀ ਵੀ ਕੋਈ ਸੁਣਵਾਈ ਨਹੀਂ ਸੀ, ਕਿਸੇ ਦੀ ਅਪੀਲ ਨਹੀਂ ਸੀ, ਕਿਸੇ ਦੀ ਦਲੀਲ ਨਹੀਂ ਸੀ, ਮਨਮਰਜ਼ੀ ਕੀਤੀ ਜਾ ਰਹੀ ਸੀ ਉਸ ਸਮੇਂ ਦੀ ਸਰਕਾਰ ਵੱਲੋਂ। ਜੀ ਉਸ ਤਰ੍ਹਾਂ ਹਾਲਾਤ ਹੀ ਹੁਣ ਕਿਸੇ ਹੱਦ ਤੱਕ ਬਣਦੇ ਜਾ ਰਹੇ ਨੇ, ਪਰ ਬੜੇ ਨਾਜ਼ੁਕ ਨੇ, ਬੜੇ ਖਤਰਨਾਕ ਨੇ। ਅਜੇ ਕਿਸੇ ਪਾਸੇ ਵੀ ਇਹ ਕਿਸਾਨ ਅੰਦੋਲਨ ਦਾ ਕੋਈ ਰਸਤਾ ਨਿਕਲਦਾ ਨਜ਼ਰ ਨਹੀਂ ਆ ਰਿਹਾ। ਸੋ ਇਹਨੂੰ ਸਾਨੂੰ ਸਾਰਿਆਂ ਨੂੰ ਚਿੰਤਾ ਇਸ ਗੱਲ ਦੀ, ਔਰ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਆ ਕਿ ਇਹ ਜਿਹੜਾ ਟੋਟਲ ਸੰਘਰਸ਼ ਆ ਸਮੁੱਚੀ ਕਿਸਾਨੀ ਨਾਲ ਜੁੜਿਆ, ਸਮੁੱਚੇ ਦੇਸ਼ ਨਾਲ ਜੁੜਿਆ, ਜੀ 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 ਸਮੁੱਚੇ ਦੇਸ਼ ਦੀ ਆਵਾਮ ਨਾਲ ਜੁੜਿਆ, ਪਰ ਕਿਤੇ ਨਾ ਕਿਤੇ ਇਹਦਾ ਆਧਾਰ ਕਹਿ ਲਓ, ਇਹਦਾ ਬੇਸ ਕਹਿ ਲਓ, ਜੇ ਜੁੜਿਆ ਤਾਂ ਪੰਜਾਬ ਨਾਲ ਜੁੜਿਆ। ਜੀ ਤੇ ਇਹਦੇ ਫਾਇਦੇ ਨੁਕਸਾਨ ਜਿੰਨੇ ਵੀ ਹੋਣੇ ਆ, ਉਹਦਾ ਜ਼ਿਆਦਾ ਅਸਰ ਪੰਜਾਬ ਨਾਲ ਪੈਣਾ। ਜੀ ਵੈਸੇ ਵੀ ਜਿਹੜਾ ਇਹ ਕਾਨੂੰਨ ਬਣਿਆ, ਕਾਨੂੰਨਾਂ ਦਾ ਮਾਰੂ ਅਸਰ ਵੀ ਜਿਹੜਾ ਹੈ ਸਭ ਤੋਂ ਵੱਧ ਪੰਜਾਬ ਤੇ, ਜੀ ਕਿਉਂਕਿ ਜੀ ਪੰਜਾਬ ਤੇ ਇਸ ਕਰਕੇ ਆ ਕਿਉਂਕਿ ਪੰਜਾਬ ਦੇ ਵਿੱਚ ਮੰਡੀਕਰਨ ਸਿਸਟਮ ਆਲਰੇਡੀ ਸੀ। ਜੀ ਮੰਡੀ ਸਿਸਟਮ ਜਿਹੜਾ ਸੀ ਉਹ ਹਿੰਦੁਸਤਾਨ ਦੇ ਵਿੱਚ ਸਭ ਤੋਂ ਮਜ਼ਬੂਤ ਸੀ ਪੰਜਾਬ 'ਚ। ਹਾਂਜੀ, ਪੰਜਾਬ ਤੇ ਹਰਿਆਣਾ ਲਾ ਕੇ, ਹਾਂਜੀ। ਕੁਦਰਤੀ ਤੌਰ ਤੇ ਜੇ ਹੋਏਗੀ ਤਾਂ ਨੁਕਸਾਨ ਪੰਜਾਬ ਨੂੰ ਹੋਏਗਾ, ਤੇ ਫਿਰ ਲੜਾਈ ਵੀ ਪੰਜਾਬ ਲੜ ਰਿਹਾ ਜ਼ਿਆਦਾ ਮੋਹਰੀ ਹੋ ਕੇ, ਤੇ ਜੇ ਉਹਦੇ ਫਾਇਦੇ ਹੁੰਦੇ ਆ ਤਾਂ ਵੀ ਪੰਜਾਬ ਨੂੰ ਜਾਣਗੇ, ਜੇ ਨੁਕਸਾਨ ਹੋਊਗਾ ਤਾਂ ਵੀ ਪੰਜਾਬ ਨੂੰ ਹੋਊਗਾ। ਇਸ ਕਰਕੇ ਸਾਨੂੰ ਚਿੰਤਾ ਕਿ ਇਹਦੇ ਵਿੱਚੋਂ ਕੁਛ ਨਾ ਕੁਛ ਪ੍ਰਾਪਤੀ ਜੇ ਨਾ ਨਿਕਲੀ ਤਾਂ ਨੁਕਸਾਨ ਹੋਏਗਾ। ਨੁਕਸਾਨ ਮੈਂ ਉੱਥੇ ਹੀ ਆ ਰਿਹਾ ਸੀ ਚੰਦੂ ਮਾਜਰਾ ਸਾਹਿਬ ਕਿ 105ਵਾਂ ਦਿਨ ਜਾ ਰਿਹਾ ਆ, ਕਿਸਾਨ ਦਿੱਲੀ ਦੀ ਬਰੂਹਾਂ ਤੇ ਬੈਠੇ ਨੇ, ਕੋਈ 200-250 ਦੇ ਕਰੀਬ ਸ਼ਹੀਦੀਆਂ ਪ੍ਰਾਪਤ ਹੋ ਗਈਆਂ ਨੇ। ਹੁਣ ਤੁਸੀਂ ਦਿੱਲੀ ਤੁਹਾਡਾ ਆਉਣਾ ਜਾਣਾ ਰਹਿੰਦਾ ਆ, ਵੱਡੇ ਸੈਂਟਰ ਦੇ ਮਿਨਿਸਟਰ ਤੁਹਾਨੂੰ ਉੱਥੇ ਬਹਿਣੀ ਉੱਠਣੀ ਆ, ਤੁਹਾਨੂੰ ਕੀ ਲੱਗਦਾ ਗੱਲ ਕਿੱਧਰ ਨੂੰ ਜਾ ਸਕਦੀ, ਕਦੋਂ ਜਾ ਕੇ ਇਹ ਲੋਕ ਆਪੋ ਆਪਣੀ ਘਰੇ ਜਾਣਗੇ? ਦੇਖੋ ਜਿਸ ਤਰ੍ਹਾਂ ਦੀ ਬੋਲੀ ਵਿਵਹਾਰ ਕੇਂਦਰ ਸਰਕਾਰ ਦੇ ਮੰਤਰੀਆਂ ਦਾ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਦਾ ਜਾਂ ਸੂਬਿਆਂ ਦੇ ਬੀਜੇਪੀ ਦੇ ਮੁੱਖ ਮੰਤਰੀਆਂ ਦਾ ਪਿਛਲੇ ਕੁਝ ਦਿਨਾਂ ਤੋਂ ਨਜ਼ਰ ਆ ਰਿਹਾ, ਜੀ ਉਹ ਬੜਾ ਚਿੰਤਾ ਵਾਲਾ ਕਹਿ ਸਕਦੇ ਹਾਂ। ਉਹਦੇ ਤੋਂ ਇਹ ਪ੍ਰਭਾਵ ਲਿਆ ਜਾ ਰਿਹਾ ਵੀ ਇਹ ਤੈਅ ਕਰ ਚੁੱਕੀ ਆ ਸਰਕਾਰ ਕੇਂਦਰ ਦੀ ਵੀ ਅਸੀਂ ਪਿੱਛੇ ਨਾ। ਪਹਿਲਾਂ ਕਿਤੇ ਨਾ ਕਿਤੇ ਲੱਗਦਾ ਸੀ ਵੀ ਕੋਈ ਪ੍ਰਪੋਜ਼ਲਾਂ ਲੈ ਕੇ, ਕੋਈ ਸੁਝਾਅ ਲੈ ਕੇ ਵਿਚਲਾ ਕੋਈ ਰਸਤਾ ਕੱਢਣਗੇ, ਪੁੱਛਿਆ ਵੀ ਜਾਂਦਾ, ਮਤਲਬ ਕਈ ਪਾਸਿਓਂ ਉੱਧਰ ਉੱਧਰੋਂ ਸਾਡੇ ਤੱਕ ਵੀ ਕਿਸੇ ਤਰ੍ਹਾਂ ਇਸ ਤਰ੍ਹਾਂ ਦੀ ਪਹੁੰਚ ਕੀਤੀ ਜਾਂਦੀ ਸੀ ਵੀ ਕੋਈ ਪ੍ਰਪੋਜ਼ਲ ਹੋਵੇ, ਕੋਈ ਸੁਝਾਅ ਇਸ ਤਰ੍ਹਾਂ ਦਾ ਹੋਵੇ ਜਿਹਦੇ ਨਾਲ ਕੋਈ ਰਸਤਾ ਨਿਕਲ ਸਕੇ। ਪਰ ਹੁਣ ਮੈਂ ਵੀ ਪਿਛਲੇ 26 ਜਨਵਰੀ ਤੋਂ ਬਾਅਦ ਤਾਂ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਸੋਚ ਹੀ ਕੇਂਦਰ ਸਰਕਾਰ ਨੇ ਬੰਦ ਕਰਤੀ ਲੱਗਦੀ ਆ, ਤੇ ਐਂ ਲੱਗਦਾ ਪੱਕੀ ਧਾਰ ਲਈ ਲੱਗਦੀ ਆ ਵੀ ਅਸੀਂ ਹੁਣ ਟਰੱਸਟ ਤੋਂ ਵਸ ਨਹੀਂ ਹੋਣਾ, ਜੋ ਕਹੇ ਤਾਂ ਉੱਥੇ ਹੀ ਰਹਿਣਾ, ਵੀ ਪਿੱਛੇ ਨਹੀਂ ਹਟਣਾ। ਇਹ ਗੱਲ ਕਰਨੀ ਮਤਲਬ ਇੱਕ ਕਿਸਮ ਦੀ ਬੜੀ ਨੁਕਸਾਨਦਾਇਕ ਲੱਗ ਰਹੀ ਆ, ਔਰ ਖਤਰੇ ਦੀ ਘੰਟੀ ਲੱਗ ਰਹੀ ਆ। ਇਹਦਾ ਇੱਕੋ ਇੱਕ ਹੱਲ ਆ ਵੀ ਜਾਂ ਤਾਂ ਇੱਕ ਦੇਸ਼ ਵਿਆਪੀ ਜਿਸ ਤਰ੍ਹਾਂ ਇਹ ਆਵਾਮ ਦਾ ਸੰਘਰਸ਼ ਬਣਿਆ ਇਹ ਹੋਰ ਅੱਗੇ ਵਧੇ, ਫਿਰ ਸ਼ਾਇਦ ਪਿੱਛੇ, ਅਦਰਵਾਈਜ਼ ਤਾਂ ਅੱਜ ਦੇ ਦਿਨ ਤਾਂ ਖਤਰਨਾਕ ਸਥਿਤੀ ਆ। ਜੀ 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 ਚੰਦੂ ਮਾਜਰਾ ਸਾਹਿਬ, ਇੱਕ ਕੁਐਸਚਨ ਹੈ ਸਾਰਿਆਂ ਦਾ, ਉਹਦੇ ਵਿੱਚ ਬਹੁਤ ਜ਼ਿਆਦਾ ਕਾਰਨ ਹੋ ਸਕਦੇ ਨੇ ਕਿ ਸੀਨੀਅਰ ਬਾਦਲ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜੂਨੀਅਰ ਬਾਦਲ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ, ਉਹ ਪਹਿਲਾਂ ਇਹਨਾਂ ਕਾਨੂੰਨਾਂ ਦੇ ਹੱਕ ਸੀ, ਬੜੇ ਪ੍ਰੋ ਸੀ, ਫਿਰ ਇੱਕੋ ਦਮ ਉਹ ਬਿਲਕੁਲ ਉਹਦੇ ਅਗੇਂਸਟ ਹੋ ਗਏ। ਤਾਂ ਉਹਦੇ ਪਿੱਛੇ ਕੋਈ ਕਾਰਨ ਸੀ ਕਿ ਪਹਿਲਾਂ ਇਨਫੋਰਮੇਸ਼ਨ ਨਹੀਂ ਪੂਰੀ ਮਿਲੀ, ਜਾਂ ਇੱਦਾਂ ਦਾ ਕੁਛ ਸੀ, ਜਾਂ ਕੋਈ ਹੋਰ ਕਾਰਨ ਹੋ ਸਕਦੇ ਆ? ਜੀ ਨਹੀਂ, ਅਸਲ ਵਿੱਚ ਤਾਂ ਜਦੋਂ ਇਹ ਆਰਡੀਨੈਂਸ ਦੇ ਰੂਪ ਚ ਆਏ ਨਾ ਜੀ, ਉਦੋਂ ਹੀ ਪਤਾ ਲੱਗਿਆ, ਉਦੋਂ ਫਿਰ ਚਰਚਾ ਚੱਲੀ। ਚਰਚਾ ਦੇ ਵਿੱਚ ਕਿਉਂਕਿ ਹਰਸਿਮਰਤ ਕੌਰ ਬਾਦਲ ਕੈਬਨਿਟ ਦੇ ਮੰਤਰੀ ਸੀ, ਉੱਥੇ ਜ਼ਿੰਮੇਵਾਰੀ
ਵਰਦੀ ਪੈ ਜਾਂਦੀ ਆ ਤੇ ਫਿਰ ਪਾਰਟੀ ਡਿਸਕਸ ਹੋਇਆ ਵੀ ਇਹਦੇ ਨੁਕਸਾਨ ਹੋਣਗੇ, ਸਾਨੂੰ ਇਹਦੇ ਅਗੇਂਸਟ ਖੜਨਾ ਪਏਗਾ। ਤੇ ਜਿਹੜੀ ਪਾਰਟੀ ਦਾ ਵਿਊ ਸੀ ਉਹਨੂੰ ਕਿਹਾ ਗਿਆ ਵੀ ਤੁਸੀਂ ਉੱਥੇ ਰੱਖੋ ਕੈਬਨਿਟ ਦੇ ਵਿੱਚ, ਤੇ ਕੈਬਨਿਟ ਦੇ ਵਿੱਚ ਉਹਨਾਂ ਨੇ ਰੱਖਿਆ ਵੀ, ਤੇ ਕੈਬਨਿਟ ਦੇ ਜਿਹੜੇ ਕ੍ਰਿਸ਼ੀ ਮੰਤਰੀ ਨੇ ਉਹਨਾਂ ਨਾਲ ਜ਼ੂਮ ਸਾਡੀ ਗੱਲਬਾਤ ਵੀ ਹੋਈ। ਉਹ ਆਣ ਕੇ ਚੰਡੀਗੜ੍ਹ ਵੀ ਆਏ, ਇੱਥੇ ਵੀ ਉਹ ਕਲੈਰੀਫਿਕੇਸ਼ਨ ਦੇ ਕੇ ਗਏ। ਤੇ ਜਿਹੜੀਆਂ ਕੁਆਰੀ ਸੀਗੀਆਂ ਜਾਂ ਇਹ ਕਹਿ ਲਓ ਜਿੱਥੇ ਪ੍ਰਸ਼ਨ ਉੱਠਦੇ ਸੀ ਜਿਨ੍ਹਾਂ ਗੱਲਾਂ ਤੇ, ਉਹ ਕਲੈਰਿਟੀ ਵਾਸਤੇ ਪਹਿਲਾਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਵੀ ਸ਼ਾਇਦ ਸੈਟੀਸਫੈਕਸ਼ਨ ਹੋ ਜੂ। ਕੁੱਲ ਮਿਲਾ ਕੇ ਫਿਰ ਇੱਥੇ ਤੱਕ ਆ ਗਈ ਗੱਲ ਵੀ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਆਏਗਾ ਬਿੱਲ ਦੇ ਰੂਪ ਦੇ ਵਿੱਚ, ਵੀ ਉਦੋਂ ਇਹ ਕਰ ਲਈਆਂ ਜਾਣਗੀਆਂ, ਉਦੋਂ ਕੁਝ ਜਿਹੜੇ ਸ਼ੰਕੇ ਨੇ ਉਹ ਉਦੋਂ ਮਿਟਾ ਲਏ ਜਾਣਗੇ। ਪਰ ਜਦੋਂ ਵਿੱਚ ਆਇਆ ਉਹ ਜਿਉਂਦਾ ਤਿਉਂ ਆ ਗਿਆ, ਉਹਦੇ 'ਚ ਕੋਈ ਸੋਧ ਨਾ ਹੋਈ। ਤੇ ਉਦੋਂ ਅਸੀਂ ਜ਼ਰੂਰ ਨੱਡਾ ਸਾਹਿਬ ਸੀ ਤੇ ਕ੍ਰਿਸ਼ੀ ਮੰਤਰੀ ਸੀ, ਉਹਨਾਂ ਨੂੰ ਮਿਲ ਰਹੇ, ਮੈਂ ਸੀ, ਸੁਖਬੀਰ ਸਿੰਘ ਬਾਦਲ ਹੋਣੀ ਸੀ, 2-3 ਬੰਦੇ ਸਾਡੇ ਹੋਰ ਸੀ। ਅਸੀਂ ਉੱਥੇ ਘੱਟੋ ਘੱਟ 1 ਘੰਟਾ ਅਸੀਂ ਲਾਇਆ ਬੰਦ ਕਮਰੇ। ਅਸੀਂ ਕੱਲੀ ਰਾਜ ਤਾਂ ਦੱਸਿਆ, ਸਵਾਲ ਖੜੇ ਕੀਤੇ ਵੀ ਆਹ ਕਰਨਾ, ਇਹਦੇ ਕਰਕੇ ਇਤਰਾਜ਼ ਆ, ਇਹ ਤੁਸੀਂ ਸਿਲੈਕਟ ਕਮੇਟੀ 'ਚ ਭੇਜ ਦਿਓ, ਜਲਦੀ ਨਾ ਕਰੋ। ਹਾਲ ਦੀ ਘੜੀ ਜੇ ਤੁਸੀਂ ਬਿੱਲ ਲੈ ਕੇ ਆਉਂਗੇ ਤਾਂ ਇਹਦਾ ਰਿਜ਼ੈਂਟਮੈਂਟ ਹੋਏਗੀ। ਔਰ ਅਸੀਂ ਤਾਂ ਇੱਥੇ ਤਾਂ ਕਹਿਤਾ ਵੀ ਜੇ ਤੁਸੀਂ ਨਾ ਸਿਲੈਕਟ ਕਮੇਟੀ 'ਚ ਭੇਜਿਆ, ਜਿਉਂਦਾ ਤਿਉਂ ਬਿੱਲ ਲਿਆਂਦਾ, ਤਾਂ ਸਾਨੂੰ ਇਹਦੇ ਹੱਕ 'ਚ ਭੁਗਤਣਾ ਮੁਸ਼ਕਿਲ ਹੋਊਗਾ, ਸਾਨੂੰ ਇਹਦੇ ਵਿਰੋਧ 'ਚ ਵੋਟ ਪਾਉਣੀ ਪੈਣੀ ਆ। ਬਲਕਿ ਅਸੀਂ ਫਿਰ ਇਹ ਵੀ ਕਹਿਤਾ ਹੋ ਸਕਦਾ ਫਿਰ ਸਾਨੂੰ NDA ਛੱਡਣੀ ਪੈ ਜੇ। ਅਸੀਂ ਸਾਰੀਆਂ ਗੱਲਾਂ ਬੈਠ ਕੇ ਘਰ 'ਚ, ਮਤਲਬ ਤੁਸੀਂ ਆਪਦੀ ਸਿਚੁਏਸ਼ਨ ਪਹਿਲਾਂ ਕਲੀਅਰ ਕਰ ਚੁੱਕੇ ਸੀ ਉਹਨਾਂ ਨਾਲ? ਹਾਂ, ਕਲੀਅਰ ਕਰਕੇ ਆਏ। ਪਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਅਸੀਂ ਘੰਟੇ ਤੱਕ ਦੱਸਦੇ ਹਾਂ ਤੇ ਘੰਟੇ ਤੱਕ ਤਾਂ ਕੀ ਦੱਸਣਾ ਸੀ। ਮੇਰਾ ਖਿਆਲ ਸਾਡੇ ਕੋਲੋਂ ਉੱਠ ਕੇ ਕੋਈ ਅੱਧੇ ਘੰਟੇ ਬਾਅਦ ਹੀ ਹਾਊਸ ਦੇ ਵਿੱਚ ਡਿਸਕਸ਼ਨ ਸ਼ੁਰੂ ਕਰਾਤੀ। ਤੇ ਕੁਦਰਤੀ ਵੀ ਸਾਨੂੰ ਇਹਦੇ ਵਿਰੁੱਧ ਬੋਲਣਾ ਪਿਆ ਤੇ ਵਿਰੁੱਧ ਵੋਟ ਪਾਉਣੀ ਪਈ ਤੇ NDA ਤੋਂ ਬਾਹਰ ਵੀ ਆਉਣਾ ਪਿਆ। ਤੇ ਉਨੀ ਦੇਰ ਤੱਕ ਜਿੰਨੀ ਦੇਰ ਅਸੀਂ ਵਿੱਚ ਸੀ, ਵਿੱਚ ਰਹਿ ਕੇ ਕੋਸ਼ਿਸ਼ ਕਰਦੇ ਰਹੇ, ਕਨਵੇ ਕਰਦੇ ਰਹੇ ਵੀ ਇਹਦੇ 'ਚ ਇਹ ਨੁਕਸ ਨੇ, ਇਹ ਦੂਰ ਕਰ ਲਓ। ਆਪਣੇ ਸੁਝਾਅ ਦਿੰਦੇ ਰਹੇ ਜਿਵੇਂ ਇੱਕ ਪਰਿਵਾਰ 'ਚ ਦੇਈਦੇ ਆ ਵੀ ਸਾਡੀ ਗੱਲ ਮੰਨ ਲਓ, ਪਰ ਉਹਨੇ ਗੱਲ ਨਹੀਂ ਮੰਨੀ, ਸਾਨੂੰ ਬਾਹਰ ਆਉਣਾ ਪਿਆ। ਫਿਰ ਹਾਂਜੀ ਚੰਦੂਮਾਜਰਾ ਸਾਹਿਬ, ਆਪਾਂ ਹੁਣ ਫਿਊਚਰ ਵੱਲ ਚੱਲਦੇ ਹਾਂ ਕਿ ਜੋ ਹੋ ਗਿਆ, ਜੇ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਤੁਸੀਂ ਜੇ ਆਹ ਸਟੈਂਡ ਪਹਿਲਾਂ ਲੈ ਜਾਂਦੇ, ਹਾਲਾਂਕਿ ਤੁਸੀਂ ਬੜੇ ਚੰਗੀ ਤਰ੍ਹਾਂ ਕਲੀਅਰ ਕਰ ਚੁੱਕੇ ਹੈ ਕਿ ਤੁਸੀਂ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਜਿਹੜੇ ਇਹਨਾਂ 'ਚ ਥੋੜ੍ਹਾ ਜਿਹਾ ਸੰਸ਼ੋਧਨ ਕਰਕੇ ਕਰ ਲਓ, ਇਹਦੇ ਵਿੱਚ ਆ ਚੇਂਜਸ ਕਰ ਲਓ, ਨਹੀਂ ਤਾਂ ਸਾਨੂੰ NDA ਛੱਡਣੀ ਪਊਗੀ। ਪਰ ਤੁਹਾਨੂੰ ਲੱਗਦਾ ਕਿ ਇਹ ਸਾਰਾ ਕੁਝ ਜੇ ਪਹਿਲਾਂ ਹੋ ਜਾਂਦਾ ਤੇ ਅਸਤੀਫਾ ਤੁਸੀਂ ਪਹਿਲਾਂ ਦੇ ਦਿੰਦੇ, ਬੀਬਾ ਜੀ ਪਹਿਲਾਂ ਅਸਤੀਫਾ ਦੇ ਦਿੰਦੇ, ਤੇ ਅੱਜ ਜਿਹੜੀ ਸਿਚੁਏਸ਼ਨ ਹੈ ਸ਼੍ਰੋਮਣੀ ਅਕਾਲੀ ਦਲ ਦੀ, ਜੇ ਆਪਾਂ ਅਕੋਰਡਿੰਗ ਟੂ 2022 ਦਾ ਦੇਖੀਏ ਇਲੈਕਸ਼ਨ ਆ ਰਿਹਾ ਹੈ, ਤੇ ਥੋੜੀ ਜ਼ਿਆਦਾ ਬੈਟਰ ਹੁੰਦੀ? ਤੁਹਾਨੂੰ ਲੱਗਦਾ ਕਿ ਜੋ ਹੈ ਉਹ ਸਹੀ ਹੈ? ਦੇਖੋ, ਜਿਹੜੀ ਗੱਲ ਤੁਸੀਂ ਕਹਿੰਦੇ ਆ ਇਹ ਵੀ ਠੀਕ ਆ, ਪਰ ਕਈ ਵਾਰੀ ਪਰਿਸਥਿਤੀਆਂ ਐਸੀਆਂ ਹੁੰਦੀਆਂ ਨੇ ਵੀ ਤੁਸੀਂ ਉਹਨਾਂ ਵਿੱਚੋਂ ਜਦੋਂ ਫੈਸਲੇ ਕਰਦੇ ਹੋ, ਕਈ ਵਾਰੀ ਆਸ ਹੁੰਦੀ ਆ ਵੀ ਐਂ ਹੋ ਜਾਏਗੀ, ਉਹ ਮੈਂ ਸਮਝਦਾ ਉਹ ਰੌਂਗ ਕੈਲਕੂਲੇਸ਼ਨ ਵੀ ਹੁੰਦੀ ਆ, ਕਈ ਵਾਰੀ ਸਹੀ ਵੀ ਹੋ ਜਾਂਦੀ ਆ। ਸਾਡੀ ਕੈਲਕੂਲੇਸ਼ਨ ਇਹ ਸੀ ਵੀ NDA ਦਾ ਅਕਾਲੀ ਦਲ ਇੱਕ ਬੜਾ ਅਹਿਮ ਪਾਰਟ ਆ, ਤੇ ਅਕਾਲੀ ਦਲ BJP ਨਾਲ ਉਸ ਸਮੇਂ ਖੜਿਆ ਜਦੋਂ ਦੇਸ਼ 'ਚ ਕੋਈ ਨਹੀਂ ਸੀ ਖੜਿਆ, ਤੇ ਸਾਨੂੰ ਇਸ ਗੱਲ ਦਾ ਆਪਣੇ ਆਪ ਤੇ ਭਰੋਸਾ ਸੀ ਵੀ ਆਖਰ ਦੇ ਵਿੱਚ ਅਕਾਲੀ ਦਲ ਦੀ ਰਾਏ ਨੂੰ ਵੇਟ ਦੇਣਗੇ ਤੇ ਰਹਿਣਗੇ। ਤੇ ਇਸੇ ਕਰਕੇ ਬਾਰ-ਬਾਰ ਕੋਸ਼ਿਸ਼ਾਂ ਵੀ ਕੀਤੀਆਂ ਤੇ ਮਤਲਬ ਅੰਦਰ ਬਹਿ ਕੇ ਅਹਿਸਾਸ ਵੀ ਕਰਾਇਆ ਵੀ ਸਾਨੂੰ ਬਾਹਰ ਆਉਣਾ ਪਏਗਾ, ਸਾਥ ਕਰਨਾ ਪਏਗਾ, ਤਾਂ ਕਿ ਸਾਡੇ ਪ੍ਰੈਸ਼ਰ ਥੱਲੇ। ਅਸੀਂ ਤਾਂ ਕੋਸ਼ਿਸ਼ ਬਲਕਿ ਇੱਥੇ ਤੱਕ ਵੀ ਕੀਤੀ ਸੀ, ਅਸੀਂ ਤਾਂ JJP ਵਾਲਿਆਂ ਕੋਲ ਵੀ ਗਏ। ਹੁਣ ਮੈਂ ਸੱਚੀ ਗੱਲ ਦੱਸਦਾ ਗੁਰਲਾਲ ਜੀ, ਅਸੀਂ JJP ਵਾਲਿਆਂ ਕੋਲ ਵੀ ਗਏ, ਅਜੇ ਚਟਾਲਾ ਜੀ ਤੇ ਦੁਸ਼ੰਤ ਜੀ, ਇਹਨਾਂ ਦੇ ਭਰਾ ਮੁੰਡਾ ਵਿਜੇ, ਸਾਰੇ ਇਕੱਠੇ ਸੀ ਪਰਿਵਾਰ ਇਹਨਾਂ ਦਾ। ਮੈਂ ਵੀਰ ਜੀ ਸੀ, ਅਸੀਂ 4-5 ਬੰਦੇ ਗਏ ਤੇ ਉੱਥੇ ਬੜਾ ਕੋਸ਼ਿਸ਼ ਕੀਤੀ, ਉਹਨਾਂ ਨੂੰ ਵੀ ਕਿਹਾ ਵੀ ਜੇ ਤੁਸੀਂ ਵੀ ਨਾਲ ਲੱਗ ਜਾਓ ਸਾਡੇ, ਆਪਾਂ ਇਕੱਠੇ ਹੋ ਕੇ ਦਵਾ ਪਾਈਏ, ਕਿਉਂਕਿ ਸਾਨੂੰ ਪਤਾ ਸੀ ਵੀ JJP ਦੇ ਸਹਾਰੇ ਹਰਿਆਣੇ ਦੀ ਸਰਕਾਰ ਚੱਲ ਰਹੀ ਆ ਤੇ ਹਰਿਆਣਾ ਸਰਕਾਰ ਟੁੱਟਣ ਦਾ ਰਿਸਕ ਨਹੀਂ ਲੈਣਗੇ। ਸਾਡਾ ਐਡਾ ਦਬਾਅ ਨਹੀਂ ਸੀ ਜਿੰਨਾ JJP ਦਾ ਬਣ ਰਿਹਾ ਸੀ ਉਸ ਵੇਲੇ, ਤੇ ਸਾਡਾ ਤਾਂ ਸੀਗਾ ਇਖਲਾਕੀ ਤੌਰ ਤੇ। ਉਹਨਾਂ ਦਾ ਇੱਕ
ਨੂਮੈਰੀਕਲ ਤੌਰ ਤੇ ਵੀ ਅੰਕੜਾ ਸੀ ਜਿਹੜਾ ਜੀ ਜੀ ਹਰਿਆਣੇ ਜੀ ਦੇ, ਜੀ 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 ਉਹ ਸੋਚਿਆ ਸੀ ਵੀ ਇਹ ਸਰਕਾਰ ਦੇ ਦਬਾਅ ਪਊਗਾ ਇਸ ਗੱਲ ਦਾ। ਜੀ ਅਸੀਂ ਉਹਨਾਂ ਨੂੰ ਵੀ ਬਹੁਤ ਜ਼ੋਰ ਲਾਇਆ ਵੀ ਤੁਸੀਂ ਵੀ ਕਹੋ। ਉਹ ਹਾਂਜੀ ਸਾਡੇ ਨਾਲ ਉਹਨਾਂ ਨੇ ਵੈਸੇ ਤਾਂ ਕਿਹਾ ਵੀ ਅਸੀਂ ਆਪ ਵੀ ਜ਼ੋਰ ਲਾਵਾਂਗੇ ਅਲੱਗ ਹੋ ਕੇ, ਹਾਂਜੀ ਪਰ ਉਹਨਾਂ ਨੇ ਲਾਇਆ, ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਪਤਾ ਨਹੀਂ ਕਿੰਨੀ ਕੀਤੀ, ਪਰ ਜੀ ਜੀ ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਵੀ ਜੇ ਕੇਂਦਰ ਸਰਕਾਰ ਤੇ ਪ੍ਰੈਸ਼ਰ ਪਾ ਕੇ ਜੀ ਜੀ ਇਹ ਜੀ ਕਾਨੂੰਨ ਕਰਾ ਲਈਏ ਜਾਂ ਪਿੱਛੇ ਪਾ ਲਈਏ ਤਾਂ ਚੰਗਾ ਹੋਏਗਾ। ਜੀ ਉਹ ਜੀ ਸਾਡੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ। ਜਾਂ ਤੁਸੀਂ ਇਹ ਕਹਿ ਲਓ ਵੀ ਸਾਡੀਆਂ ਜਿਹੜੀਆਂ ਕੈਲਕੂਲੇਸ਼ਨਾਂ ਸੀ ਉਹ ਮਤਲਬ ਸਹੀ ਨਾ ਹੋਈਆਂ। ਸਹੀ ਨਹੀਂ ਅਹ, ਹੋਈ। ਤੇ ਹੁਣ ਚਲੋ ਸਾਨੂੰ ਚੰਦੂਮਾਜਰਾ ਲੱਗਦਾ ਸਾਹਿਬ ਆਪਾਂ ਨਾ ਅਗਲੇ ਕੁਐਸਚਨ ਨਾਲ ਚੱਲਦੇ ਹਾਂ ਵੀ ਉਹ ਤੁਸੀਂ ਹੁਣ ਆਪਣੀ ਸਾਨੂੰ ਟਰਾਈ ਲੱਗਦਾ ਬੈਸਟ ਵੀ ਪਹਿਲਾਂ ਕੀਤੀ। ਕਰ ਦਿੰਦੇ ਤਾਂ ਚੰਗਾ ਸੀ। ਚੰਦੂਮਾਜਰਾ ਸਾਹਿਬ ਆਪਣੇ ਕੋਲ ਕੁਐਸਚਨ ਬਹੁਤ ਨੇ, ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ, ਕੋਈ 5-7-10 ਮਿੰਟ ਹੋਰ ਲਵਾਂਗਾ, ਪਰ ਆਪਾਂ ਨੂੰ 2 ਮਿੰਟ ਦੀ ਬ੍ਰੇਕ ਲੈਣੀ ਪੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਫਿਰ ਜੁੜਦੇ ਹਾਂ, ਠੀਕ ਹੈ ਜੀ? ਠੀਕ। ਹਾਂਜੀ ਦਰਸ਼ਕੋ, ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਫਿਰ ਮੈਂ ਗੁਰਲਾਲ ਹਾਜ਼ਰ, ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਆਪਣੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ। ਆਪਾਂ ਉਹਨਾਂ ਨਾਲ ਕੰਟੀਨਿਊ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਗੇ ਅਗਲਾ ਪ੍ਰੋਗਰਾਮ ਦੇਖਾਂਗੇ। ਚੰਦੂਮਾਜਰਾ ਸਾਹਿਬ ਸਵਾਗਤ ਜੀ ਤੁਹਾਡਾ ਫਿਰ ਕਹਾਵਤ ਹੈ ਕਿ ਜਿਹੜਾ ਬੰਦਾ ਪ੍ਰਾਪਤੀਆਂ ਤੋਂ ਘੱਟ ਸਿੱਖਦਾ, ਕੋਈ ਗਲਤੀ ਜਾਂ ਕਮੀ ਰਹਿ ਜੇ ਉਹ ਤੋਂ ਬਹੁਤ ਜ਼ਿਆਦਾ ਸਿੱਖਦਾ ਹੈ। ਤੁਸੀਂ ਆਪਾਂ ਜਾਈਏ 2017 ਦੀ ਜਿਹੜੀ ਆਪਣੀ ਅਸੈਂਬਲੀ ਚੋਣ ਹੋਈ ਸੀ, ਕੁਝ ਤਾਂ ਐਂਟੀ ਇਨਕੰਬੈਂਸੀ ਫੈਕਟਰ ਵੀ ਹੋ ਸਕਦੇ ਕਿਉਂਕਿ ਤੁਸੀਂ ਸਰਕਾਰ 10 ਸਾਲ ਰੈਗੂਲਰ ਚਲਾਈ ਹੈ, ਪਰ ਸਾਰ ਤੋਂ ਵੱਡੀ ਜਿਹੜੀ ਸੈਟਬੈਕ ਲੱਗੀ ਤੁਹਾਨੂੰ ਲੱਗਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਬੇਅਦਬੀ ਹੋਈ ਹੈ ਉਹਦੇ ਨਾਲ ਲੱਗੀ? ਤੁਹਾਨੂੰ ਇਹ ਫੀਲ ਹੁੰਦਾ ਕਿ ਉਹਨੇ ਉਸ ਚੀਜ਼ ਨੇ ਕਾਫੀ ਸੈਟਬੈਕ ਦਿੱਤੀ ਸਾਨੂੰ ਉਸ ਟਾਈਮ? ਦੇਖੋ, ਇਹਦੇ ਤਾਂ ਕੋਈ ਦੋ ਰਾਵਾਂ ਹੀ ਨਹੀਂ। ਸਭ ਤੋਂ ਵੱਡੀ ਸੈਟਬੈਕ ਜੇ ਪਹੁੰਚੀ ਤਾਂ ਉਹੀ ਪਹੁੰਚੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਉਛਾਲਿਆ ਗਿਆ। ਜੀ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਇਹਦੇ 'ਚ ਸੱਚਾਈ ਕੋਈ ਨਹੀਂ ਸੀ। ਸੱਚਾਈ ਇਸ ਕਰਕੇ ਮੈਂ ਕਹਿਣਾ ਵੀ ਜੀ ਦੁਨੀਆ 'ਚ ਕੋਈ ਕੁਝ ਵੀ ਹੋ ਸਕਦਾ, ਪੋਸੀਬਲ, ਐਵਰੀਥਿੰਗ ਪੋਸੀਬਲ ਆਪਾਂ ਕਹਿੰਦੇ ਆ, ਜੀ ਪਰ ਇਹ ਕਦੇ ਨਹੀਂ ਕੋਈ ਹੋ ਸਕਦਾ ਵੀ ਕੋਈ ਸਿੱਖ ਹੋ ਕੇ, ਉਹ ਵੀ ਸਿੱਖਾਂ ਦੀ ਜਥੇਬੰਦੀ, ਅਕਾਲੀ ਦਲ ਦਾ ਕੋਈ ਵਰਕਰ, ਮਤਲਬ ਲੀਡਰ ਤਾਂ ਇੱਕ ਪਾਸੇ, ਇੱਕ ਆਮ ਸਧਾਰਨ ਵਰਕਰ ਵੀ ਕਦੇ ਬੇਅਦਬੀ ਕਰਨੀ ਤਾਂ ਇੱਕ ਪਾਸੇ, ਕਰਾਉਣ ਦੀ ਸੋਚ ਵੀ ਨਹੀਂ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਐਜ਼ ਅ ਨੋਰਮਲ ਹਿਊਮਨ ਚੰਦੂਮਾਜਰਾ ਸਾਹਿਬ, ਨੋਰਮਲ ਬੰਦਾ ਆਪਾਂ ਕਿਸੇ ਧਰਮ ਦੀ ਨਹੀਂ ਕਰ ਸਕਦੇ, ਕਿਸੇ ਧਰਮ ਦੇ ਧਰਮ ਗ੍ਰੰਥ। ਹਾਂਜੀ ਸਹੀ ਗੱਲ ਆ। ਤੇ ਇਸ ਕਰਕੇ ਪਰ ਇਲਜ਼ਾਮ ਲਾਤਾ ਤਾਂ ਗੱਲ, ਜਿਹੜਾ ਇਲਜ਼ਾਮ ਝੂਠਾ ਹੋਵੇ ਸੱਚਾ ਹੋਵੇ, ਜਿਹਦਾ ਪ੍ਰਚਾਰ ਐਡਾ ਵੱਡੇ ਪੱਧਰ ਤੇ ਹੋ ਜਾਂਦਾ, ਜਿਹੜਾ ਸੋਸ਼ਲ ਮੀਡੀਆ ਇਹ ਤਾਂ ਬੇਵਸੇ ਕਰ ਦਿੰਦਾ ਨਾ ਬੰਦੇ ਨੂੰ। ਤੇ ਉਹ ਇੰਨਾ ਧਾਰ, ਇੰਨਾ ਪ੍ਰਚਾਰ ਹੋਇਆ, ਜਿਹਨੂੰ ਕਹਿੰਦੇ ਆ ਬਾਤ ਦਾ ਪਤੰਗੜ ਬਣਾ ਕੇ ਇੰਨਾ ਖਿੱਚਿਆ ਕੰਮ। ਮਤਲਬ ਜੇ ਇਹ ਕਹਿ ਲਓ ਸੱਚ ਲੁੱਕ ਹੀ ਰਹਿ ਗਿਆ, ਝੂਠ ਹਾਰੂ ਹੋ ਗਿਆ, ਤੇ ਉਹਦਾ ਫਿਰ ਕੁਦਰਤੀ ਤੌਰ ਤੇ ਅਕਾਲੀ ਦਲ ਨੂੰ ਦਾ ਨੁਕਸਾਨ ਹੋਇਆ ਹੀ ਹੋਇਆ। ਹਾਂਜੀ ਚੰਦੂਮਾਜਰਾ ਸਾਹਿਬ, ਕਦੇ ਤੁਸੀਂ ਕੋਰ ਕਮੇਟੀ ਨੇ ਬੈਠ ਕੇ, ਤੁਸੀਂ ਸੀਨੀਅਰ ਲੀਡਰਸ਼ਿਪ ਨੇ, ਸੀਨੀਅਰ ਵਾਲ ਸਾਹਿਬ ਨਾਲ ਜਾਂ ਜੂਨੀਅਰ ਵਾਲ ਸਾਹਿਬ ਜਾਂ ਜੋ ਵੀ ਤੁਹਾਡੇ ਕੋਰ ਕਮੇਟੀ ਦੇ ਮੈਂਬਰ ਹੈ, ਉਦੋਂ ਕੋਸ਼ਿਸ਼ ਕੀਤੀ ਕਿ ਜਿਹੜੇ ਆਰੋਪੀ ਆ ਉਹ ਛੇਤੀ ਤੋਂ ਛੇਤੀ ਫੜ ਹੋਣ ਤੇ ਉਹ ਸਲਾਖਾਂ ਦੇ ਪਿੱਛੇ ਹੋਣ, ਤਾਂ ਜਿਹੜੀ ਆ ਉਹ ਸਾਖ ਵੀ ਬਚ ਜਾਂਦੀ ਸੀ ਤੇ ਆਪ ਦਾ ਜਿਹੜਾ ਆਪਣਾ ਸਟੈਂਡ ਹੈ ਕਿ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਧਰਮ ਗ੍ਰੰਥ ਦੀ ਸਾਡੀ ਸਰਕਾਰ ਵੇਲੇ ਕਦੇ ਕੋਈ ਬੇਅਦਬੀ ਨਾ ਹੋਵੇ, ਤਾਂ ਕਿ ਅਸੀਂ ਦੋਸ਼ੀ ਪੜ ਕੇ, ਕਿਉਂਕਿ ਅਸੀਂ ਅੰਦਰ ਦੇ ਦਿੱਤੇ ਹੈ ਉਹ। ਦੇਖੋ, ਇਹਦੇ 'ਚ ਦੋ ਰਾਵਾਂ ਨਹੀਂ, ਵੀ ਬੜਾ ਅਹਿਮ ਮਸਲਾ ਸੀ ਔਰ ਬੜਾ ਸੰਜੀਦਾ ਸੀ ਔਰ ਜ਼ਿੰਮੇਵਾਰੀ ਸੀ ਸਰਕਾਰ ਦੀ, ਕਿਉਂਕਿ ਸਰਕਾਰ ਅਕਾਲੀ ਦਲ ਦੀ ਸੀ ਤੇ ਕੁਦਰਤੀ ਤੌਰ ਤੇ ਜ਼ਿੰਮੇਵਾਰੀ ਸਰਕਾਰ ਦੀ ਆ। ਤੇ ਵੈਸੇ ਤਾਂ ਕਿਸੇ ਸਰਕਾਰ 'ਚ ਇਸ ਤਰ੍ਹਾਂ ਗੱਲ ਨਹੀਂ ਹੋਣੀ ਚਾਹੀਦੀ, ਪਰ ਅਕਾਲੀ ਸਰਕਾਰ 'ਚ ਇਸ ਤਰ੍ਹਾਂ ਦੀ ਗੱਲ ਹੋ ਜੇ ਇਹ ਤਾਂ ਫਿਰ ਹੋਰ ਵੀ ਬਹੁਤ ਵੱਡਾ ਚੈਲੰਜ ਸੀ। ਔਰ ਇਹਦੀ ਜ਼ਿੰਮੇਵਾਰੀ ਵੀ ਕੁਦਰਤੀ ਤੌਰ ਤੇ ਸਾਡੀ ਸਰਕਾਰ ਦੀ ਸੀ। ਔਰ ਪਰ ਜਿੱਥੇ ਤੱਕ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਆ, ਦੇਖੋ ਜਦੋਂ ਵੀ ਇਹ ਘਟਨਾ ਸਾਹਮਣੇ ਆਈ ਆ, ਉਦੋਂ ਇੱਕ ਵਾਰੀ ਨਹੀਂ ਕਈ ਵਾਰ, ਬਲਕਿ ਰੈਗੂਲਰ ਅਕਾਲੀ ਦਲ ਦੀ ਹਾਈ ਕਮਾਂਡ ਦੀਆਂ ਮੀਟਿੰਗਾਂ ਬਾਦਲ ਸਾਹਿਬ ਦੇ ਘਰੇ ਹੁੰਦੀਆਂ ਰਹੀਆਂ, ਹਰ ਰੋਜ਼ ਹੀ ਹੁੰਦੀਆਂ ਸੀ, ਬਲਕਿ ਦਿਨ 'ਚ ਕਈ ਵਾਰ ਤਾਂ 2-2 ਵਾਰ ਵੀ ਹੁੰਦੀ ਸੀ, ਇੱਕ ਵਾਰ ਸਵੇਰੇ ਇੱਕ ਵਾਰੀ ਸ਼ਾਮ ਨੂੰ। ਮਤਲਬ ਸੰਜੀਦਗੀ ਨਾਲ ਕੋਸ਼ਿਸ਼ ਕੀਤੀ ਵੀ ਜਿਹੜੇ ਦੋਸ਼ੀ ਨੇ ਉਹ ਫੜੇ ਜਾਣ। ਪਰ ਕਈ ਵਾਰੀ ਐਸਾ ਹੁੰਦਾ, ਐਸੀ ਸਥਿਤੀ ਦੇ ਵਿੱਚ ਮਤਲਬ ਦੋ ਹੀ ਗੱਲਾਂ ਹੁੰਦੀਆਂ, ਇਹ ਵੀ ਹੁੰਦਾ ਵੀ ਕੋਈ ਬੇਦੋਸ਼ਾ ਪਕੜਿਆ ਨਾ ਜਾਵੇ, ਕਈ ਵਾਰੀ ਬੇਦੋਸ਼ਾ ਪਕੜਿਆ ਜਾਵੇ ਜ਼ਿੰਮੇਵਾਰੀ ਪੂਰੀ ਹੁੰਦੀ ਆ, ਤੇ ਦੋਸ਼ੀ ਜਿਹੜਾ ਬਚੇ ਨਾ। ਤੇ ਉਹ ਉਸ ਗੱਲ ਦੇ ਵਿੱਚੋਂ ਹੁਣ ਤੁਸੀਂ ਦੇਖਿਆ ਹੋਣਾ, 2 ਮੁੰਡੇ ਜਿਹੜੇ ਫੜੇ ਗਏ
ਜੀ ਉਹਦਾ ਦੋਸ਼ ਕੋਈ ਹੋਰ ਸੀ, ਲਾ ਤਾਂ ਇਹ ਜੀ ਉਹ ਉਸ ਸਮੇਂ ਪੁਲਿਸ ਪ੍ਰਸ਼ਾਸਨ ਜਿਹੜਾ ਜ਼ਿੰਮੇਵਾਰ ਸੀ, ਜੀ ਜੀ ਪੁਲਿਸ ਪ੍ਰਸ਼ਾਸਨ ਨੇ ਮਤਲਬ ਗਲਤ ਫੀਡਬੈਕ ਦੇ ਕੇ ਉਹ ਮੁੰਡੇ ਅਰੈਸਟ ਕਰਾਤੇ। ਜਦੋਂ ਸੱਚਾਈ ਦਾ ਪਤਾ ਲੱਗਿਆ, ਜੀ ਅਸਲੀਅਤ ਦਾ ਪਤਾ ਲੱਗਿਆ, ਤੇ ਉਹ ਮੇਰਾ ਖਿਆਲ ਆ ਵੀ 5 ਮਿੰਟਾਂ 'ਚ ਹੀ ਉਹ ਛੱਡਤੇ। ਜੀ ਕਿਉਂਕਿ ਜਦੋਂ ਸੱਚਾਈ ਦਾ ਪਤਾ ਲੱਗਿਆ, ਸੱਚਾਈ ਵੀ ਮੈਂ ਕੁਦਰਤੀ ਮੇਰੀ ਡਿਊਟੀ ਲੱਗੀ ਸੀ, ਸੰਤ ਸਮਾਜ ਦੇ ਸਾਡੇ ਕੁਝ ਮਹਾਂਪੁਰਸ਼ ਆਏ ਚੰਡੀਗੜ੍ਹ ਬੈਠੇ ਸੀ ਧਰਨੇ ਦੇ ਉੱਤੇ, ਪਾਰਟੀ ਵੱਲੋਂ ਮੇਰੀ ਡਿਊਟੀ ਲਾਤੀ ਵੀ ਤੁਸੀਂ ਮੈਮੋਰੈਂਡਮ ਲੈ ਕੇ ਆਓ ਉਹਨਾਂ ਤੋਂ। ਜਦੋਂ ਮੈਂ ਗਿਆ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਵੀ ਅਸਲੀਅਤ ਇਹ ਆ। ਜੀ ਫਿਰ ਮੈਂ ਬਾਅਦ ਗੱਲ ਦੱਸੀ ਵੀ ਆਹ ਗੱਲ ਤਾਂ ਇਹ ਆ ਅਸਲੀ। ਜੀ ਜੀ ਉਹਨਾਂ ਨੇ ਡੀਜੀਪੀ ਜਿਹੜੇ ਸੀ ਅਰੋੜਾ ਸਾਹਿਬ ਉਸ ਦਿਨ ਹੀ ਲੱਗੇ ਸੀ, ਤੇ ਸੈਣੀ ਸਾਹਿਬ ਬਦਲਤੇ ਸੀ ਉਸ ਦਿਨ, ਤੇ ਉਹਨਾਂ ਨੇ ਤੁਰਤ ਕਿਹਾ ਜਦੋਂ ਗੱਲ ਅਸਲੀਅਤ ਦੱਸੀ, ਅਰੋੜਾ ਸਾਹਿਬ ਨੇ ਵੀ ਕਿਹਾ ਵੀ ਵਾਕਈ ਗੱਲ ਤਾਂ ਇਹੀ ਆ, ਤੇ ਉਹ ਜਦੋਂ ਛੱਡਦੇ ਫਿਰ ਨਿਰਦੋਸ਼ੀ ਕਿਉਂ ਫੜੇ ਆ। ਸੋ ਇਸ ਕਰਕੇ ਕਈ ਵਾਰੀ ਐਸਾ ਹੁੰਦਾ ਇਸ ਸਥਿਤੀਆਂ 'ਚ ਕਿ ਵੀ ਕੋਈ ਨਿਰਦੋਸ਼ਾ ਨਾ ਫੜਿਆ ਜਾਵੇ ਤੇ ਦੋਸ਼ੀ ਬਖਸ਼ਿਆ ਨਾ ਜਾਵੇ। ਸੋ ਜਦੋਂ ਦੋਨੇ ਉਹਨਾਂ ਕਰਦੇ ਕਰਦੇ ਮਤਲਬ ਦੇਰੀ ਤਾਂ ਹੋਈ ਓ, ਕਿਤੇ ਨਾ ਕਿਤੇ ਮੈਂ ਮੰਨਦਾ ਗੱਲ ਵੀ ਕਿਤੇ ਨਾ ਕਿਤੇ ਜਿਹੜੀ ਅਸਲੀ ਦੋਸ਼ੀ ਸੀ ਉਹਨਾਂ ਨੂੰ ਫੜਨ ਵਿੱਚ ਨਾਕਾਮ ਤਾਂ ਰਹੀ ਉਸ ਸਮੇਂ ਸਰਕਾਰ, ਪਰ ਕਈ ਵਾਰੀ ਸਰਕਾਰ ਚਾਹੁੰਦੇ ਹੋਏ ਵੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮਤਲਬ ਨਹੀਂ ਦੋਸ਼ੀ ਫੜੇ ਜਾਂਦੇ। ਤੇ ਪਰ ਇਹ ਮਤਲਬ ਨਹੀਂ ਹੈ ਵੀ ਕੋਈ ਜਾਣ ਬੁੱਝ ਕੇ ਮਤਲਬ ਦੋਸ਼ੀਆਂ ਨੂੰ ਬਚਾਉਣ ਲਈ ਕੋਈ ਇਸ ਤਰ੍ਹਾਂ ਦੀ ਗੱਲ ਸੀ। ਕਈ ਵਾਰੀ ਪੂਰੇ ਯਤਨਾਂ ਦੇ ਬਾਵਜੂਦ ਵੀ ਦੋਸ਼ੀ ਬਚ ਜਾਂਦੇ ਨੇ। ਕਿੰਨੀਆਂ ਐਗਜ਼ਾਮਪਲਾਂ ਤੁਹਾਨੂੰ ਦਿੱਤੀਆਂ ਜਾ ਸਕਦੀਆਂ। ਤੇ ਐਸੇ ਹਾਲਾਤਾਂ 'ਚ ਕੁੱਲ ਮਿਲਾ ਕੇ ਜਿਹੜਾ ਹੈ ਸਰਕਾਰ ਨੂੰ ਉਹਦਾ ਨੁਕਸਾਨ ਭੁਗਤਣਾ ਪਿਆ। ਜਿਹੜੀ ਕਿਸੇ ਆਪਾਂ ਉਹਨੂੰ ਛੱਡ ਕੇ ਜੋ ਚਲਾ ਗਿਆ, ਟਾਈਮ ਚਲਾ ਗਿਆ, ਆਪਾਂ ਉਹ ਤੋਂ ਸਿੱਖ ਕੇ ਮੇਰਾ ਕੁਐਸਚਨ ਤੁਹਾਡੇ ਤੋਂ ਇਹ ਹੈ ਕਿ ਜੇ ਤੁਹਾਨੂੰ ਦੁਬਾਰਾ ਪਰਮਾਤਮਾ ਕਰੇ ਜਾਂ ਅਸੀਂ ਤੁਹਾਡੇ ਲਈ ਸ਼ੁਭ ਇੱਛਾਵਾਂ ਪ੍ਰਗਟ ਕਰਦੇ ਹਾਂ, ਜੇ ਤੁਸੀਂ ਦੁਬਾਰਾ ਸਰਕਾਰ ਬਣਾਈ ਤਾਂ ਤੁਸੀਂ ਇਹ ਟੀਚਾ ਲੈ ਕੇ ਚੱਲ ਰਹੇ ਹੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ, ਬਾਈਬਲ ਕਲਾ ਗੋਲੀकांड ਦੇ ਦੋਸ਼ੀ, ਜਿਨ੍ਹਾਂ ਨੇ ਉਹ ਨਿਰਦੋਸ਼ ਬੰਦੇ ਜਿਹੜੇ ਉਸ ਟਾਈਮ ਗੋਲੀ ਦਾ ਸ਼ਿਕਾਰ ਹੋਏ, ਕਿ ਅਸੀਂ ਉਹਨਾਂ ਨੂੰ ਸਜ਼ਾ ਦਿਵਾਵਾਂਗੇ। ਇਹ ਟੀਚਾ ਲੈ ਕੇ ਚੱਲ ਰਹੇ ਹੋ ਜੀ ਇਸ ਟਾਈਮ? ਦੇਖੋ ਜੀ, ਇਹ ਤਾਂ ਇਕੱਲਾ ਸਾਡਾ ਨਹੀਂ, ਹਰ ਸਿੱਖ ਦਾ, ਹਰ ਧਰਮ ਬਿਰਤੀ ਰੱਖਣ ਵਾਲੇ ਵਿਅਕਤੀ ਦਾ ਇਹ ਨਿਸ਼ਚੈ ਆ ਵੀ ਐਸੀ ਮੰਦਭਾਗੀ ਘਟਨਾ ਦੇ ਜ਼ਿੰਮੇਵਾਰ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਔਰ ਜਦੋਂ ਵੀ ਕਿਤੇ ਕੜਕੀ ਜਾਵੇ ਉਹਨੂੰ ਬਖਸ਼ਿਆ ਨਾ ਜਾਵੇ। ਤੇ ਪੂਰੀ ਢਿੱਲ ਦਾ ਜੋ ਅਸੀਂ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹੀ ਕਹਿੰਦੇ ਰਹੇ ਵੀ ਤੁਸੀਂ ਡਰਾਮੇਬਾਜ਼ੀ ਨਾ ਕਰੋ। ਤੁਸੀਂ ਪਹਿਲਾਂ ਦੋਸ਼ ਲਾਉਂਦੇ ਰਹੇ ਬਾਦਲ ਸਾਹਿਬ ਤੇ, ਹੁਣ ਤਾਂ ਤੁਹਾਡੇ ਕੋਲ ਸਰਕਾਰ, ਹੁਣ ਤੁਸੀਂ ਜੇ ਸੱਚੀ ਮੁੱਚੀ ਇਹ ਕੋਈ ਜ਼ਿੰਮੇਵਾਰ ਨੇ ਤਾਂ ਲਿਆਓ, ਤੱਥ ਲਿਆਓ ਤੇ ਸਜ਼ਾ ਦਿਓ। ਤੇ 4 ਸਾਲਾਂ 'ਚ ਅਸੀਂ ਬਾਰ-ਬਾਰ ਇਹੀ ਕਹਿੰਦੇ ਰਹੇ ਹਾਂ। ਮਤਲਬ ਹੁਣ ਤਾਂ ਇਹਨਾਂ ਕੋਲ ਸੀ ਨਾ ਸਰਕਾਰ, ਅਸੀਂ ਸਾਡਾ ਹੁਣ ਵੀ ਇਹੀ ਹੋਏਗਾ ਵੀ ਹਰ ਹਾਲਤ ਦੇ ਵਿੱਚ ਜਿਹੜੇ ਦੋਸ਼ੀ ਆ ਉਹ ਫੜੇ ਜਾਣ ਤੇ ਉਹਨਾਂ ਨੂੰ ਸਖਤ ਸਜ਼ਾ ਮਿਲੇ। ਇਹ ਡਰਾਮੇਬਾਜ਼ੀ ਕੀਤੀ ਜਾਵੇ, ਅਸਲੀਅਤ ਦੇ ਤੌਰ ਤੇ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਤੇ ਹਰ ਹਾਲਤ ਐਕਸ਼ਨ ਹੋਵੇ ਤੇ ਪਹਿਚਾਣ ਹੋਵੇ। ਇਹ ਸਾਡੇ ਗੁਰੂ ਨੇ, ਵਾਹਿਗੁਰੂ ਨੇ ਮੌਕਾ ਦਿੱਤਾ ਤਾਂ ਹਰ ਹਾਲਤ ਮੋਸਟ ਪ੍ਰਾਇਓਰਟੀ ਤੇ ਇਹੀ ਹੋਏਗਾ। ਜੀ ਚੰਦੂਮਾਜਰਾ ਸਾਹਿਬ, ਮੇਰੇ ਕੋਲ 3 ਕੁਐਸਚਨ ਨੇ, ਉਹ ਔਨ ਕਮਿੰਗ ਫਿਊਚਰ ਵਾਸਤੇ ਨੇ ਕਿ ਸਾਲ ਤੋਂ ਘੱਟ ਸਮਾਂ ਰਹਿ ਗਿਆ ਪੰਜਾਬ ਇਲੈਕਸ਼ਨ ਦੇ ਵਿੱਚ, ਤੇ ਚੀਫ ਮਿਨਿਸਟਰ ਦਾ ਚਿਹਰਾ ਜਿਹੜਾ ਸੀਨੀਅਰ ਬਾਦਲ ਸਾਹਿਬ ਹੋਣਗੇ ਜਾਂ ਕੋਰ ਕਮੇਟੀ ਦਾ ਕੋਈ ਹੋਰ ਡਿਸੀਜਨ ਹੋਊਗਾ? ਦੇਖੋ, ਅਜੇ ਤਾਂ ਉਸ ਕਿਸਮ ਦੀ ਗੱਲ ਕੋਈ ਸੋਚੀ ਨਹੀਂ ਗਈ, ਕਿਉਂਕਿ ਹਾਲ ਦੀ ਘੜੀ ਸੱਚੀ ਗੱਲ ਤਾਂ ਇਹ ਆ ਵੀ ਸਾਡਾ ਜ਼ਿਆਦਾ ਜਿਹੜਾ ਮਾਈਂਡ ਆ, ਸਮਾਂ ਮੰਨ ਲਓ ਕਿਸਾਨ ਸੰਘਰਸ਼ 'ਚ ਹੀ ਲੱਗਿਆ ਹੋਇਆ। ਕਿਉਂਕਿ ਆਵਾਮ ਦਾ ਸੰਘਰਸ਼ ਆ, ਕਿਸਾਨ ਸੰਘਰਸ਼ ਹੁਣ ਸਾਡੀ ਪੋਲੀਟੀਕਲ ਫਿਊਚਰ ਦਾ ਸੰਘਰਸ਼ ਬਣ ਗਿਆ, ਜ਼ਿੰਦਗੀ ਮੌਤ ਨਾਲ ਹੋ ਗਿਆ। ਹੁਣ ਇਹ ਕਹਿਣਾ ਕਿ ਸਰਕਾਰ ਬਣਾਉਣੀ ਕਿਹਦੀ, ਕੌਣ ਮੁੱਖ ਮੰਤਰੀ ਬਣਾਉਣਾ, ਇਹ ਅਜੇ ਸੈਕੰਡਰੀ ਪ੍ਰਾਇਓਰਟੀਜ਼ ਨੇ। ਸਾਡੀ ਫਸਟ ਪ੍ਰਾਇਓਰਟੀ ਜਿਹੜੀ ਆ ਹਾਲ ਦੀ ਘੜੀ ਤਾਂ ਇਹ ਕਿਸਾਨ ਸੰਘਰਸ਼ ਦਾ ਕਿਤੇ ਕਿਨਾਰੇ ਲਾਉਣ ਵਾਲੀ ਆ। ਇਹਦੇ ਜੋ ਕੁਝ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਨਸੈਂਟਰੇਸ਼ਨ ਹਲੇ ਪਾਰਟੀ ਦੀ ਉਧਰ ਔਰ ਹੋਣੀ ਵੀ ਚਾਹੀਦੀ ਆ, ਪਰ ਤਿਆਰੀਆਂ ਅੰਦਰੋਂ ਅੰਦਰ ਹੀ ਹਰ ਇੱਕ ਪਾਰਟੀ ਕਰ ਰਹੀ ਹੈ। ਤੁਹਾਡੀ ਪਾਰਟੀ ਦੇ ਵਿੱਚ ਜੇ ਮਾਝੇ ਵੱਲ ਚਲੇ ਜਾਈਏ ਤਾਂ ਟਿਕਟਾਂ ਨੂੰ ਲੈ ਕੇ ਵੀ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਹੈ। ਹੋ ਸਕਦਾ ਟਾਈਮ ਪਾ ਕੇ ਉਹ ਸਭ ਸੈੱਟ ਹੋ ਜਾਵੇ।
ਅਗੇਨ ਚੰਦੂ ਮਾਜਰਾ ਸਾਹਿਬ ਤੁਹਾਡੇ ਪੁਰਾਣੇ ਸਾਥੀ ਨੇ, ਚਾਹੇ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਹੋ ਜਾਣ, ਚਾਹੇ ਉਹ ਬ੍ਰਹਮਪੁਰਾ ਜੀ ਹੋ ਜਾਣ, ਸੇਖਵਾਂ ਜੀ ਹੋ ਜਾਣ, ਚਾਹੇ ਉਹ ਅਜਨਾਲਾ ਸਾਹਿਬ ਹੋ ਜਾਣ, ਕੀ ਤੁਸੀਂ ਸਾਰੇ ਟਰਾਈ ਕਰੋਗੇ ਐਜ਼ ਅ ਕਲੈਕਟਿਵ ਰਿਸਪੌਂਸਿਬਿਲਿਟੀ ਲੈ ਕੇ ਕਿ ਉਹਨਾਂ ਬੰਦਿਆਂ ਨੂੰ ਵਾਪਸ ਲਿਆਂਦਾ ਜਾਵੇ ਤੇ ਫਿਰ ਇੱਕ ਤਕੜੀ ਟੀਮ ਹੋ ਕੇ ਇਲੈਕਸ਼ਨ ਲੜਿਆ ਜਾਵੇ? ਦੇਖੋ, ਸਾਡੀ ਤਾਂ ਸਹੀ ਮਾਇਨੇ ਵਿੱਚ ਮੈਕਸਿਮਮ ਕੋਸ਼ਿਸ਼ ਹੋਏਗੀ ਵੀ ਜਿਹੜਾ ਵੀ ਅਕਾਲੀ ਆ, ਜਿਹਦੇ 'ਚ ਵੀ ਅਕਾਲੀਪਣਾ ਹੈ, ਜਿਹੜਾ ਵੀ ਮਹਿਸੂਸ ਕਰਦਾ ਕਿ ਐਸਿਆਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਸੂਬੇ ਦੀ ਵਾਗਡੋਰ ਸੰਭਾਲੇ, ਉਹਨਾਂ ਸਾਰਿਆਂ ਨੂੰ ਇੱਕ ਥਾਂ 'ਤੇ ਇਕੱਠਾ ਕੀਤਾ ਜਾਵੇ। ਔਰ ਜਿਹੜਾ ਇਕੱਠਾ ਔਰ ਉਹ ਹੀ ਮੈਂ ਸਮਝਦਾ ਸੱਤਾ 'ਚ ਲਿਆਉਣ ਦੇ ਵਿੱਚ ਕੰਮ ਆ ਸਕਦਾ। ਸੋ ਸਾਡੀ ਮੈਕਸਿਮਮ ਕੋਸ਼ਿਸ਼ ਹੋਏਗੀ ਮਤਲਬ ਨੇੜੇ ਲਿਆਉਣ ਦੀ ਤੇ ਇਕੱਠ ਕਰਨ ਦੀ। ਜੀ ਚੰਦੂ ਮਾਜਰਾ ਸਾਹਿਬ, ਇੱਕ ਕੁਐਸਚਨ ਮੇਰਾ ਹੈਗਾ ਕਿ ਜਿਹੜਾ ਸਰਕਾਰ ਨੇ ਡਿਸੀਜਨ ਲਿਆ ਕਿ ਪੰਜਾਬ ਤੇ ਹਰਿਆਣਾ ਚਾਹੇ ਨਾਰਥ ਇੰਡੀਆ ਲੈ ਲਓ, ਸਾਰੇ ਖੇਤੀਬਾੜੀ ਪ੍ਰਧਾਨ ਸੂਬੇ ਹੁੰਦੇ ਆ, ਇਹਦੇ ਵਿੱਚ ਜਿਹੜਾ ਡਿਸੀਜਨ ਲਿਆ ਗਵਰਨਮੈਂਟ ਨੇ, ਸੈਂਟਰਲ ਗਵਰਨਮੈਂਟ ਨੇ, ਕਿ ਇਹ ਜਿਹੜੀ ਕ੍ਰੌਪ ਜਿਹੜੀ ਖਰੀਦੀ ਜਾਊਗੀ, ਪ੍ਰੋਕਿਉਰਮੈਂਟ ਹੋਊਗੀ, ਉਹਨਾਂ ਦਾ ਜਿਹੜੀ ਪੈਸੇ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਕੀਤੀ ਜਾਊਗੀ। ਹੁਣ ਕਈ ਕਿਸਾਨ ਤਾਂ ਬਾਹਰ ਬੈਠੇ ਆ, ਕੋਈ ਠੇਕੇ ਵਾਲੇ ਆ, ਉਹਦੇ ਵਿੱਚ ਆੜ੍ਹਤੀਏ ਕੀ ਕਰਨਗੇ? ਉਹਦੇ ਵਿੱਚ ਜਿਹੜਾ ਠੇਕਾ ਜਿਹਨੇ ਐਡਵਾਂਸ ਦੇ ਦਿੱਤਾ ਉਹਨੂੰ ਨਹੀਂ ਮਨੀ ਮਿਲੂਗੀ। ਉਹ ਤੁਹਾਨੂੰ ਨਹੀਂ ਲੱਗਦਾ ਕਿ ਥੋੜ੍ਹੀ ਬਹੁਤ ਫ੍ਰਿਕਸ਼ਨ ਆਊਗੀ, ਇਹਦੇ ਵਿੱਚ ਪ੍ਰੋਬਲਮ ਆਊਗੀ ਜੀ ਇਸ ਚੀਜ਼ 'ਚ? ਦੇਖੋ, ਇਹ ਬਦਕਿਸਮਤੀ ਆ ਵੀ ਸਾਡੇ ਸਿਸਟਮ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਆ ਨਾ, ਕਈ ਵਾਰੀ ਅਫਸਰਸ਼ਾਹੀ ਨਾ, ਜਿਹੜੀ ਬਾਬੂਸ਼ਾਹੀ ਆ, ਇਹ ਆਪਣੀ ਮਨਮਰਜ਼ੀ ਨਾਲ ਥਿਓਰੈਟੀਕਲ ਫੈਸਲੇ ਕਰ ਦਿੰਦੀ ਆ, ਜਦੋਂ ਕਿ ਪ੍ਰੈਕਟੀਕਲ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਇਹਨਾਂ ਨੂੰ ਆਪ ਪਤਾ ਨਹੀਂ ਹੁੰਦਾ। ਹੁਣ ਪਹਿਲਾਂ ਤਾਂ ਜਿਹੜਾ ਕਿਸਾਨ ਤੇ ਆੜ੍ਹਤੀ ਦਾ ਜਿਹੜਾ ਆਪਸੀ ਰਿਸ਼ਤਾ, ਇਹ ਬਹੁਤ ਪੁਰਾਣਾ ਔਰ ਇਹਦੇ ਫਾਇਦੇ ਬਹੁਤ ਨੇ। ਜਿਵੇਂ ਇਹ ਕਹਿ ਸਕਦੇ ਆਪਾਂ ਆਮ ਤੌਰ ਤੇ ਹੁਣ ਕਿਹਾ ਜਾਂਦਾ ਵੀ ATM ਆੜ੍ਹਤੀ ਕਿਸਾਨ ਦਾ, ਤੇ ਔਰ ਕਿਸਾਨ ਦਾ ਪੜਦਾ ਵੀ ਹੈ ਆੜ੍ਹਤੀ ਨਾਲ। ਕਈ ਕਿਸਮ ਔਖੇ ਸੌਖੇ ਸਮੇਂ ਆੜ੍ਹਤੀ ਮਦਦਗਾਰ ਹੁੰਦਾ। ਔਰ ਵੈਸੇ ਵੀ ਜਿਹੜਾ ਇਹ ਅਨਾਜ ਦੀ ਖਰੀਦ ਆ, ਇਹਦਾ ਪ੍ਰਬੰਧ ਕਰਨਾ, ਹੋਰ ਕਰਨਾ, ਇੱਕ ਮਤਲਬ ਸਿਸਟਮ ਨੂੰ ਚਲਾਉਣ ਦੇ ਵਿੱਚ ਇੱਕ ਵਿਚਕਾਰ ਰਹਿ ਕੇ ਉਹ ਕੰਮ ਕਰਦਾ। ਪਰ ਜਦੋਂ ਹੁਣ ਇਹਨਾਂ ਨੇ ਸਿੱਧੀ ਅਦਾਇਗੀ ਵਾਲੀ ਗੱਲ ਕਰਤੀ, ਇੱਕ ਤਾਂ ਕਿਸਾਨ ਤੇ ਆੜ੍ਹਤੀਏ ਦੇ ਰਿਸ਼ਤਿਆਂ 'ਚ ਵੀ ਫਰਕ ਪਏਗਾ, ਇੱਕ ਕਿਤੇ ਵਿਵਾਦ ਵੀ ਖੜੇ ਹੋਣਗੇ ਪੈਸੇ ਦੇ ਦਬਾਅ ਦੇ। ਕਿਸਾਨ ਨੇ ਜਦੋਂ ਖਾਤੇ ਚਲੇ ਗਏ, ਉਹਨੇ ਆੜ੍ਹਤੀ ਨੂੰ ਦੇਣੇ ਕਿ ਨਹੀਂ ਦੇਣੇ, ਜਿਹੜੇ ਉਹਦੇ ਦੇਣੇ ਆ, ਉਹ ਕਈ ਕਿਸਮ ਮੁਕੱਦਮੇਬਾਜ਼ੀ, ਕਈ ਕਿਸਮ ਦੇ ਟਕਰਾਅ ਪੈਦਾ ਹੋਣਗੇ। ਔਰ ਦੂਜੀ ਮੈਂ ਸਮਝਦਾ ਕਿ ਇਹ ਜਿਹੜੀ ਜਿਹਦੇ ਕੋਲ ਜ਼ਮੀਨ ਹੈ ਨਹੀਂ, ਠੇਕੇ ਦੇ ਲੋਕ ਹੁੰਦੇ ਆ ਜ਼ਿਆਦਾਤਰ ਲੋਕ ਅੱਜ ਕੱਲ੍ਹ, ਜਿਹਦੇ ਕੋਲ 2 ਕਿੱਲੇ ਨੇ, 4 ਕਿੱਲੇ ਨੇ, ਉਹ ਕਿਸੇ ਦੇ 20 ਕਿੱਲੇ, ਕਿਸੇ ਦੇ 50 ਕਿੱਲੇ, ਇਸ ਤਰ੍ਹਾਂ ਠੇਕੇ ਤੇ ਲੈ ਕੇ ਵਾਹੀ ਕਰਦਾ। ਤੇ ਫਿਰ ਜਿਹੜੀ ਜਿਹਦੀ ਜ਼ਮੀਨ ਆ, ਪੈਸੇ ਉਹਦੇ ਕੋਲ ਜਾਣਗੇ ਤੇ ਵਿਵਾਦ ਖੜੇ ਹੋਣਗੇ। ਉਹ ਵੀ ਬੰਦਾ ਮਾਲਕ ਜਿਹੜਾ ਮੁੱਕਰ ਸਕਦਾ ਵੀ ਪੈਸੇ ਦਾ, ਉਹਨੇ ਠੇਕਾ ਵੀ ਲੈ ਲਿਆ, ਉਹਦੇ ਫਸਲ ਉਹਦੇ ਖਾਤੇ ਚਲੇ ਗਏ। ਮਤਲਬ ਇੱਕ ਕਿਸਮ ਦੇ ਅਗਲੇ ਦੀ ਜੇਬ 'ਚ ਪੈਸੇ ਪਾ ਦੇਣੇ, ਫਿਰ ਉਹਦੇ 'ਚੋਂ ਕਢਾਉਣੇ। ਇਹ ਤਾਂ ਫਿਰ ਬੰਦੇ ਤੇ ਡਿਪੈਂਡ ਕਰੂਗਾ ਨਾ। ਤੇ ਕਈ ਲੜਾਈ ਝਗੜੇ ਖੜੇ ਹੋਣਗੇ। ਇਹ ਤਾਂ ਕੰਸੈਂਸਸ ਨਾਲ ਹੀ ਹੋਣਾ ਚਾਹੀਦਾ ਸੀ। ਪਹਿਲਾਂ ਵੀ ਇਹ ਗੱਲਾਂ ਬਾਦਲ ਸਾਹਿਬ ਦੀ ਸਰਕਾਰ ਸਮੇਂ ਵੀ ਆਈ ਸੀ, ਉਦੋਂ ਵੀ ਅਸੀਂ ਫੈਸਲਾ ਇਹੀ ਕੀਤਾ ਸੀ ਕਿ ਆੜ੍ਹਤੀ ਤੇ ਕਿਸਾਨ ਇਹ ਦੋਨੇ ਬੈਠ ਕੇ ਫੈਸਲਾ ਕਰਨ ਆਪਸ ਵਿੱਚ, ਇਹ ਇੱਕ ਦੂਜੇ ਨਾਲ ਮਿਲ ਕੇ ਆਪਸੀ ਸਹਿਮਤੀ ਨਾਲ ਫੈਸਲਾ ਕਰਨ। ਆਪਸ਼ਨ ਜਿਹੜੀ ਹੈ ਛੱਡ ਦੇਣੀ ਚਾਹੀਦੀ ਆ ਕਿਸਾਨ ਤੇ ਆੜ੍ਹਤੀ ਤੇ, ਉਹਨਾਂ ਦੇ ਮਰਜ਼ੀ ਅਨੁਸਾਰ ਫੈਸਲਾ ਹੋਵੇ, ਨਾ ਕਿ ਸਰਕਾਰ ਠੋਸੇ। ਇਹ ਨਹੀਂ ਤਾਂ ਜਿਵੇਂ ਨਾ ਹੁਣ ਦੇਖੋ ਤੁਸੀਂ, ਬੜੀ ਸਮੱਸਿਆ ਖੜੀ ਹੋਣੀ ਆ। ਕਈਆਂ ਜ਼ਮੀਨ ਕਿਸੇ ਦੇ ਨਾਂ ਤੇ ਹੋਣੀ ਆ ਤੇ ਖਾਤੇ ਆਉਣਗੇ ਪੈਸੇ, ਤੇ ਉਹ ਕਿਉਂ ਦਊਗਾ ਪੈਸੇ? ਮਤਲਬ ਇਹ ਕਈ ਥਾਂ ਤੇ ਵਿਵਾਦ ਖੜੇ ਹੋਣਗੇ। NRIs ਨੂੰ ਪ੍ਰੋਬਲਮ ਆਉਣੀ ਆ। ਚੰਦੂ ਮਾਜਰਾ ਸਾਹਿਬ, ਹਾਂਜੀ ਚੰਦੂ ਮਾਜਰਾ ਸਾਹਿਬ, ਅਖੀਰ 'ਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਤੁਸੀਂ ਆਪਦਾ ਕੀਮਤੀ ਟਾਈਮ ਸਾਡੇ ਲਈ ਕੱਢਿਆ। ਅਸੀਂ ਸ਼ੁਭ ਇੱਛਾਵਾਂ ਤੁਹਾਨੂੰ ਦਿੰਦੇ ਤੁਹਾਡੀ ਸਿਹਤ ਲਈ, ਤੁਹਾਡੇ ਕਰੀਅਰ ਲਈ, ਤੁਹਾਡੀ ਪਾਰਟੀ ਲਈ। ਤੇ ਅਖੀਰ 'ਚ ਮੈਂ ਫਤਿਹ ਸਾਂਝੀ ਕਰੂੰਗਾ ਜੀ। ਚੰਦੂ ਮਾਜਰਾ ਸਾਹਿਬ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਇਹ ਸਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਆਪਦਾ ਟਾਈਮ ਕੱਢ ਕੇ ਸਾਡੇ ਨਾਲ ਆਏ, ਤੇ ਇਹਨਾਂ ਦਾ ਧੰਨਵਾਦ। ਤੇ ਦਰਸ਼ਕੋ, ਆਪਾਂ ਮਿਲਦੇ ਹਾਂ ਕਿ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬਣੇ ਰਹੋ ਇਸੇ ਤਰ੍ਹਾਂ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਮੈਂ ਤੁਹਾਡਾ ਗੁਰਲਾਲ ਹਾਜ਼ਰ, ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਤੇ। ਦਰਸ਼ਕੋ, ਮੈਂ ਤੁਹਾਡੇ ਰੂਬਰੂ ਉਹਨਾਂ
ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ, ਇਹ ਸਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੀ ਅਨੰਦਪੁਰ ਸਾਹਿਬ ਤੋਂ MP ਵੀ ਰਹਿ ਚੁੱਕੇ ਨੇ, ਕੈਬਨਿਟ ਮਿਨਿਸਟਰ ਪੰਜਾਬ ਰਹਿ ਚੁੱਕੇ ਨੇ, ਸੀਨੀਅਰ ਅਕਾਲੀ ਲੀਡਰ ਨੇ। ਤੁਸੀਂ ਇਹਨਾਂ ਦੇ ਵਿਚਾਰ ਸੁਣੇ। ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਕਿ ਅਸੀਂ ਕਲੈਕਟਿਵ ਰਿਸਪੌਂਸਿਬਿਲਿਟੀ ਲੈ ਕੇ ਅੱਗੇ ਵਧਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਪਕੜੇ ਜਾਣਗੇ, ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਊਗੀ। ਤੇ ਤੁਸੀਂ ਆਪਦੇ ਜਿਹੜੇ ਵਿਚਾਰ ਉਹਨਾਂ ਦੇ ਵਿਚਾਰਾਂ ਤੇ ਜਿਹੜੀ ਫਸਲਾਂ ਦੀ ਜਿਹੜੀ ਅਦਾਇਗੀ ਆ, ਉਹ ਵੀ ਮੈਂ ਉਹਨਾਂ ਨੂੰ ਕੁਐਸਚਨ ਪੁੱਛਿਆ। ਆਪਾਂ ਨਾਲ ਕਾਲਰ ਜੁੜ ਗਏ, ਉਸ ਤੋਂ ਬਾਅਦ ਆਪਾਂ ਫਿਰ ਕੰਟੀਨਿਊ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਇਹਨਾਂ ਨੂੰ ਬਾਜਵਾ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਗੁਰਲਾਲ ਜੀ। ਹਾਂਜੀ ਬਾਜਵਾ ਸਾਹਿਬ, ਤੁਸੀਂ ਚੰਦੂਮਾਜਰਾ ਸਾਹਿਬ ਦਾ ਸੁਣਿਆ ਹੋਣਾ ਪੂਰਾ ਇੰਟਰਵਿਊ? ਹਾਂਜੀ ਹਾਂ, ਮੈਂ ਪੂਰਾ ਉਹਨਾਂ ਦਾ ਇੰਟਰਵਿਊ ਸੁਣਿਆ। ਹਾਂਜੀ, ਔਰ ਉਹਦੇ ਚ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਸਾਰੀਆਂ ਕੁਐਸਚਨ ਦਾ ਆਨਸਰ ਦਿੱਤਾ। ਪਰ ਉਹਨਾਂ ਚੋਂ 3-4 ਚੀਜ਼ਾਂ ਬੜੀਆਂ ਜਿਨ੍ਹਾਂ ਦੇ ਕੰਸਰਨ ਉਹਨਾਂ ਦੇ ਸੀਗੇ, ਔਰ ਉਹ ਬੜੇ ਵਾਜਬ ਕੰਸਰਨ ਸੀ। ਇੱਕ ਤਾਂ ਉਹਨਾਂ ਨੇ ਇੱਕ ਬਹੁਤ ਜ਼ਾਹਰ ਕੀਤਾ ਵੀ ਜਿਹੜਾ ਕਿਸਾਨ ਅੰਦੋਲਨ ਆ, ਇੱਕ ਬਹੁਤ ਲੋਕਾਂ ਦੀ ਸਹੀ ਡਿਮਾਂਡ ਹੈ, ਔਰ ਉਹਨਾਂ ਦੀ ਰੋਟੀ ਰੁਜ਼ਗਾਰ ਸਾਰੀ ਚੀਜ਼ ਦਾ ਮਸਲਾ ਹੈ ਤੇ ਉਹ ਜਿਹੜਾ ਗਵਰਨਮੈਂਟ ਨੂੰ ਸਾਲਵ ਕਰਨਾ ਚਾਹੀਦਾ। ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਡਿਲੇ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਡਿਲੇ ਕਰ ਰਹੇ। ਨੰਬਰ 2, ਉਹਨਾਂ ਨੇ ਹਿਊਮਨ ਰਾਈਟਸ ਵਾਇਲੇਸ਼ਨ ਵਾਸਤੇ ਵੀ ਕਿਹਾ ਬਈ ਬਰਾਬਰ ਹੋ ਰਹੀਆਂ। ਫਿਰ ਜਦੋਂ ਤੁਸੀਂ ਉਹ ਪੁੱਛਿਆ ਬਈ ਐਮਰਜੈਂਸੀ ਦੇ ਨਾਲ ਦਾ ਟਾਈਮ ਕਿਵੇਂ ਹੈ, ਤਾਂ ਉਹਨਾਂ ਨੇ ਕਿਹਾ ਵੀ ਅੱਜ ਉਹੋ ਜਿਹਾ ਹੀ ਸਮਾਂ ਬਣਦਾ ਜਾਂਦਾ ਜਿਹੜਾ ਅਨਫੋਰਚੂਨੇਟਲੀ 1975 ਚ ਬਣ ਗਿਆ ਸੀ। ਸੋ ਇਹ ਤਾਂ ਉਹਨਾਂ ਨੇ ਗੱਲਾਂ ਇੱਧਰ ਕੀਤੀਆਂ। ਔਰ ਤੀਜੀ ਚੀਜ਼ ਜਿਹੜੀ ਮੈਨੂੰ ਲੱਗੀ ਹੈ ਵੀ ਜਿਹੜੀ ਉਹਨਾਂ ਨੇ ਉਹ FCI ਪੇਮੈਂਟਸ ਤੇ ਡਾਇਰੈਕਟ ਖਾਤਿਆਂ 'ਚ ਹੈ, ਉਹਦੀ ਡਿਟੇਲ 'ਚ ਮੈਂ ਤਾਂ ਮੇਰੇ ਕੋਲ ਕੁਐਸਚਨ ਹੈ ਜੀ, ਉਹਦੀ ਡਿਟੇਲ 'ਚ 2-3 ਕੁਐਸਚਨ ਮੈਂ ਪੁੱਛੂੰਗਾ, ਪਰ ਤੁਸੀਂ ਆਪਦੇ ਵਿਚਾਰ ਸਾਂਝੇ ਕਰ ਲਓ ਪਹਿਲਾਂ। ਹਾਂਜੀ ਹਾਂ, ਉਹ ਉਹਨਾਂ ਨੇ ਬੜੀ ਡਿਟੇਲ 'ਚ ਦੱਸਿਆ ਵੀ ਇਹਦੇ ਨਾਲ ਬੜਾ ਇੱਕ ਜਿਹੜਾ ਸਿਸਟਮ ਚੱਲਿਆ ਆ ਰਿਹਾ ਸੀ ਉਹਨੂੰ ਥੋੜਾ ਜਿਹਾ ਹੋ ਸਕਦਾ ਅਗਰ ਜ਼ਿਮੀਂਦਾਰ ਕੋਲ ਆ ਗਏ ਤਾਂ ਉਹਨੇ ਆੜਤੀਏ ਨੂੰ ਕਿਵੇਂ ਦੇਣੇ ਆ, ਨਾ ਸੌਰੀ ਉਹਨੂੰ ਠੇਕੇ ਵਾਹੁਣ ਵਾਲੇ ਨੂੰ ਕਿਵੇਂ ਦੇਣੇ ਆ, ਦੂਜੇ ਨੂੰ। ਤਾਂ ਇਹ ਸਿਸਟਮ ਨੂੰ ਐਡੀ ਛੇਤੀ ਚੇਂਜ ਨਹੀਂ ਕਰਨਾ ਚਾਹੀਦਾ। ਜਿੰਨਾ ਚਿਰ ਸਾਰੇ ਲੋਕਾਂ ਦੇ ਨਾਲ ਸਲਾਹ ਕਰਕੇ ਐਵਰੀਥਿੰਗ ਪੂਰੀ ਕਰਕੇ, ਇਹ ਐਵੇਂ ਹੀ ਆ ਜਿਵੇਂ ਤੁਸੀਂ ਬਿਜਲੀ ਦਾ ਬਟਨ ਜਗਾਉਣਾ ਹੈ ਨਾ ਜੀ, ਤੋਂ ਪਹਿਲਾਂ ਬਲਬ ਲਾ ਲਈਦਾ, ਸਭ ਕੁਝ ਲਾ ਲਈਦਾ। ਸਿਸਟਮ ਇਨ ਪਲੇਸ ਕਰਕੇ ਮੁੜ ਕੇ ਉਹਨੂੰ ਕਰਨਾ ਚਾਹੀਦਾ। ਸੋ ਮੇਰੇ ਤਾਂ ਇਹੀ ਸੀਗੇ ਤੇ ਮੈਨੂੰ ਇਹ ਬਹੁਤ ਚੰਗਾ ਲੱਗਿਆ। ਉਹਨਾਂ ਨੇ ਬਹੁਤ ਸੋਹਣੀ ਆਪਣੀ ਪੋਲੀਟੀਕਲ ਤੇ ਜਿਹੜੀ ਕਿਸਾਨਾਂ ਦੀ ਗੱਲ ਹੈ ਬਹੁਤ ਢੰਗ ਨਾਲ ਉਹਨਾਂ ਨੇ ਕੀਤੀ ਹੈ। ਪਾਰਟੀ ਦੀ ਵੀ ਬਾਬਤ ਤੁਹਾਨੂੰ ਬੜੀ ਬੇਬਾਕੀ ਨਾਲ ਜਵਾਬ ਦਿੱਤੇ ਹੈ ਤੇ ਕਿਸਾਨਾਂ ਦੇ ਹੱਕ 'ਚ ਵੀ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਦੱਸੀ ਹੈ। ਬਾਜਵਾ ਸਾਹਿਬ, ਇੱਕ ਮੈਂ ਉਹਨਾਂ ਦੇ ਕੁਐਸਚਨ 'ਚ ਹੀ ਜਾ ਰਿਹਾ। ਉਹਨਾਂ ਦੀ ਜਿਹੜੀ ਉਹਨਾਂ ਨੇ ਬੜੀ ਕਿਹਾ ਕਿ ਅਸੀਂ ਕਲੈਕਟਿਵ ਰਿਸਪੌਂਸਿਬਿਲਿਟੀ ਲੈ ਕੇ ਅੱਗੇ ਵਧਾਂਗੇ, ਤੇ ਇਹ ਵੀ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਰੀਯੂਨਾਈਟ ਕਰਨ ਦੀ। ਜਿਹੜੇ ਉਹਨਾਂ ਦੇ ਸੀਨੀਅਰ ਅਕਾਲੀ ਲੀਡਰ ਜਿਹੜੇ ਨਾਰਾਜ਼ਗੀਆਂ ਹੋ ਜਾਂਦੀਆਂ ਥੋੜ੍ਹੀਆਂ ਬਹੁਤ, ਚਾਹੇ ਉਹ ਢੀਂਡਸਾ ਸਾਹਿਬ ਹੋਣ, ਬ੍ਰਹਮਪੁਰਾ ਸਾਹਿਬ ਹੋਣ, ਅਜਨਾਲਾ ਸਾਹਿਬ ਹੋਣ, ਸੇਖਵਾਂ ਸਾਹਿਬ ਹੋਣ, ਉਹ ਕੋਸ਼ਿਸ਼ ਕਰਾਂਗੇ। ਉਹ ਕਹਿੰਦੇ ਕਿ ਤਾਂ ਕਿ ਫਿਰ ਜੇ ਰੀਯੂਨਾਈਟ ਹੁੰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਬਣ ਕੇ ਮੁਹਰੇ ਆਏਗਾ 2022 ਦੇ ਵਿੱਚ। ਤੁਹਾਨੂੰ ਕੀ ਲੱਗਦਾ ਇਹ ਪੋਸੀਬਲ ਹੈ ਜੀ? ਹਾਂਜੀ, ਦੇਖੋ ਪਹਿਲੀ ਤਾਂ ਇੱਕ ਚੀਜ਼ ਹੈ ਵੀ ਅਕਾਲੀ ਦਲ ਪਾਰਟੀ ਕੀ ਹੈ। ਇਹ ਦੇਖੋ, ਇਹ ਲੋਕਲ ਪੰਜਾਬ ਦੀ ਪਾਰਟੀ ਹੈ ਔਰ ਇਹ ਕਿਸਾਨਾਂ ਦੇ ਔਰ ਇਸ ਖਿੱਤੇ 'ਚ ਰਹਿਣ ਵਾਲੇ ਲੋਕਾਂ ਦੇ ਹੱਕ ਵਾਲੀ ਪਾਰਟੀ ਹੈ। ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈ। ਔਰ ਇਹਨਾਂ ਨੂੰ ਠੀਕ ਹੈ ਕਿ ਕੁਛ ਚਿਰ 'ਚ ਇਹ ਥੋੜੀਆਂ ਜਿਹੀਆਂ ਕਮਜ਼ੋਰੀਆਂ ਕਈ ਆ ਗਈਆਂ। ਜੇ ਸਾਰੇ ਜਾਣੇ ਇਕੱਠੇ ਹੋ ਕੇ ਸਾਰੇ ਪਾਸਿਓਂ ਲੱਗ ਕੇ ਚੱਲਣਗੇ ਔਰ ਇਹ ਜ਼ਿਆਦਾ ਹਿੱਤ ਆਪਣੇ, ਮੈਂ ਤੇ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਪੰਜਾਬ ਦੇ ਹਿੱਤ ਜ਼ਿਆਦਾ ਰੱਖਿਆ ਕਰਨ ਔਰ ਇਹ ਪੰਜਾਬ ਦੇ ਹਿੱਤਾਂ ਨੂੰ ਅਗਰ ਲੈ ਕੇ ਚੱਲਣਗੇ, ਹੋ ਸਕਦਾ ਇਹ ਪਾਰਟੀ ਜਿਹੜੀ ਹੈ ਇਹ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਪੰਜਾਬ ਨੂੰ ਬੈਟਰ ਸਰਵਿਸ ਦੇ ਸਕਦੀ ਹੈ। ਇਸ ਹਾਰ ਤੋਂ ਇਹਨਾਂ ਨੂੰ ਸਿੱਖਣਾ ਚਾਹੀਦਾ। ਅਗਰ ਇਹ ਅਲੱਗ-ਅਲੱਗ ਰਹਿਣਗੇ ਤੇ ਅਕਾਲੀ ਦਲ ਹੈ ਸੱਚ ਤੇ ਇਸ ਪਾਰਟੀ ਦਾ ਪੰਜਾਬ ਪ੍ਰਤੀ ਕੰਮ ਕਰਨਾ ਮੁਸ਼ਕਲ ਹੋ ਜਾਏਗਾ। ਇਕੱਠੇ ਹੋ ਕੇ ਚੰਗਾ ਕੰਮ ਕਰਨਗੇ। ਜੀ ਬਾਜਵਾ ਸਾਹਿਬ, ਸੋ ਮਚ ਥੈਂਕ ਯੂ। ਹੁਣ ਆਪਾਂ ਆਉਂਦੇ ਆਪਣੀ ਜਿਹੜੀ ਕ੍ਰੌਪ ਦੀ ਜਿਹੜੀ ਪ੍ਰੋਕਿਉਰਮੈਂਟ ਹੈ ਉੱਤੇ ਆਉਣੇ ਆ। ਬੜਾ ਭਖਿਆ ਹੋਇਆ ਮੁੱਦਾ ਹੈ। ਬੇਸਿਕਲੀ ਅਨਾਉਂਸਮੈਂਟ ਇਹ ਹੋਈ ਹੈ ਕਿ ਸੈਂਟਰਲ ਗੌਰਮੈਂਟ ਪ੍ਰੋਕਿਉਰਮੈਂਟ ਕਰੂਗੀ ਜੀ ਕ੍ਰੌਪ ਦੀ, ਪਰ ਉਹਦੀ ਜਿਹੜੀ ਅਦਾਇਗੀ ਹੈ ਉਹ ਜ਼ਮੀਨ ਦਾ ਓਨਰ ਹੈ ਜਿਹੜਾ ਉਹ ਜਮ੍ਹਾਂਬੰਦੀ FCI ਆਫਿਸ ਜਮ੍ਹਾਂ ਕਰਾਵੇ, ਫਿਰ ਉਹਦਾ ਰੈਕਡ ਚੈੱਕ ਹੋਊਗਾ ਤਾਂ ਫਿਰ ਉਹਦੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਜਾਣਗੇ।
ਹਲੇ ਰੇਟ ਨਹੀਂ, ਰੇਟ ਹੋ ਸਕਦਾ MSP ਮਿਲੇ ਜਾਂ ਉਦੋਂ ਬਾਅਦ ਮਿਲੇ, ਆਪਾਂ ਉਧਰ ਨਹੀਂ ਜਾਂਦੇ। 3-4 ਕੁਐਸਚਨ ਖੜੇ ਹੁੰਦੇ ਆ ਜੀ ਬਾਜਵਾ ਸਾਹਿਬ। ਸਭ ਤੋਂ ਪਹਿਲਾਂ ਕੁਐਸਚਨ ਇਹ ਖੜਾ ਹੋ ਜਾਂਦਾ ਹੈ ਕਿ ਮੁਸ਼ਤਰਕਾ ਖਾਤਾ ਚੱਲ ਰਿਹਾ ਅੱਜ ਕੱਲ੍ਹ। ਤੁਸੀਂ ਜਾਣਦੇ ਹੋਵੋਗੇ ਕਿ ਮੈਂ ਬਹੁਤ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੇ ਦਾਦੇ ਪੜਦਾਦੇ ਦੇ ਨਾਲ ਜ਼ਮੀਨ ਪਈ, ਉਹਨਾਂ ਨੇ ਕਦੇ ਬਾਦਰ ਹੀ ਨਹੀਂ ਕੀਤਾ ਕਿ ਅਸੀਂ ਉਹ ਜ਼ਮੀਨ ਆਪਦੇ ਨਾਂ ਕਰਾਈਏ। ਉਹ ਰੱਬ ਨੂੰ ਪਿਆਰੇ ਹੋ ਗਏ ਹੈ, ਹੁਣ ਉਹਨਾਂ ਨੂੰ ਤੰਗੀ ਨਾ ਹੋਊਗੀ। ਪਹਿਲਾਂ ਉਹ ਜ਼ਮੀਨ ਆਪਦੇ ਨਾਂ ਕਰਾਉਣਗੇ, ਫਿਰ ਉਸ ਤੋਂ ਬਾਅਦ ਉਹ FCI ਨੂੰ ਦੇ ਕੇ ਆਉਣਗੇ, FCI ਫਿਰ ਰੈਕਡ ਚੈੱਕ ਕਰੂਗੀ ਤੇ ਫਿਰ ਅਦਾਇਗੀ ਹੋਊਗੀ। ਨੰਬਰ 1। ਨੰਬਰ 2, ਆੜਤੀ ਨੇ ਜਿਹੜੀ ਸਰਪਲਸ ਮਨੀ ਆਲਰੇਡੀ ਦਿੱਤੀ ਹੋਈ ਜ਼ਿਮੀਂਦਾਰ ਨੂੰ, ਉਹ ਕਿੱਦਾਂ ਵਾਪਸ ਲਊਗਾ। ਨੰਬਰ 3, ਕਿਸੇ ਨੇ ਜ਼ਮੀਨ ਠੇਕੇ ਤੇ ਦਿੱਤੀ ਹੈ, ਉਹ ਠੇਕੇ ਲੈਣ ਵਾਲੇ ਨੇ ਆਲਰੇਡੀ ਕਿਸਾਨ ਨੂੰ, ਓਨਰ ਨੂੰ ਪੈਸੇ ਪਹਿਲਾਂ ਦੇ ਦਿੱਤੇ ਆ ਜਿਹੜੇ ਪੈਸੇ ਉਹਦੇ ਖਾਤੇ ਜਾਣੇ ਸੀਗੇ, ਉਹ ਵਿਚਾਰਾ ਕਿੱਥੇ ਕਿੱਥੇ ਤੁਰਿਆ ਫਿਰੂਗਾ। ਆ 3 ਚੀਜ਼ਾਂ ਤੁਸੀਂ ਮਾੜਾ ਜਿਹਾ ਐਲੈਬੋਰੇਟ ਕਰੋ ਤੇ ਫਿਰ ਆਪਾਂ ਗੱਲ ਕੀਤੀ। ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਵੀ ਇਹ ਜਿਹੜਾ ਸਿਸਟਮ ਇਹਨਾਂ ਨੇ ਨਵਾਂ ਲਾਉਣਾ ਹੈ, ਇਹਨਾਂ ਬਿੱਲਾਂ ਦੇ ਥਰੂ ਕਰ ਲਓ ਜਾਂ ਜਿਵੇਂ ਵੀ ਚੇਂਜ ਇਹ ਕਰ ਰਹੇ ਆ, ਇਹਨੂੰ ਪਹਿਲਾਂ ਇਨ ਪਲੇਸ ਲਾ ਕੇ 1 ਸਾਲ ਪਹਿਲਾਂ ਲੋਕਾਂ ਨੂੰ ਦੱਸਣਾ ਚਾਹੀਦਾ ਸੀ ਵੀ ਦੇਖੋ ਭਾਈ ਇਹ ਹੁਣ ਜਿਹੜੇ ਪੈਸੇ ਆਉਣੇ ਆ ਇਸ ਤਰ੍ਹਾਂ ਆਉਣੇ ਆ। ਸੋ ਇਸ ਕਰਕੇ ਹੁਣ ਵੇਖੋ ਠੇਕੇ ਵਾਲੇ, ਮੈਂ ਆਪਣੀ ਗੱਲ ਦੱਸ ਦੇਣਾ, ਸਾਡੀਆਂ ਉੱਥੇ ਪੈਲੀਆਂ ਠੇਕੇ ਤੇ ਦਿੱਤੀਆਂ, ਉਹਨਾਂ ਨੇ ਸਾਨੂੰ, ਬੇਸ਼ੱਕ ਉਹ ਸਾਡੇ ਭਤੀਜੇ, ਉਹਨਾਂ ਨੇ ਸਾਨੂੰ ਪੈਸੇ ਦਿੱਤੇ ਆ, ਪਰ ਇਹਦੇ ਨਾਲ ਜੇ ਉਹਨੂੰ ਸਾਨੂੰ ਪੈਸੇ ਦੇ ਦੇਣ ਦੁਬਾਰਾ ਗਵਰਨਮੈਂਟ ਵਾਲੇ, ਔਰ ਮੈਂ ਹੋਰ ਵੀ ਕਹਿਣਾ ਵੀ ਕਈਆਂ ਨਾਲ ਆਈਆਂ ਦੇ ਤਾਂ ਉੱਥੇ ਅਕਾਊਂਟ ਵੀ ਹੈ ਨਹੀਂਗੇ, ਕਈਆਂ ਦੇ ਹੈਗੇ, ਕਈਆਂ ਦੇ ਹੈ ਨਹੀਂਗੇ। ਹਾਂਜੀ, ਜਿਵੇਂ ਹੁਣ ਸਾਡੇ 3 ਬ੍ਰਦਰ ਹੈ, ਇੱਕ ਨੇ ਅਕਾਊਂਟ ਖੋਲਿਆ, ਦੂਜਿਆਂ 2 ਦੇ ਉੱਤੇ ਹੈ ਨਹੀਂਗੇ। ਤੋਂ ਇਸ ਕਰਕੇ ਇਹ ਟਰਬਲ ਤਾਂ ਹੈਗੀ ਹੈ। ਮੈਂ ਕਲੀਅਰ ਕਰਦਾ ਬਾਈਵਾ ਸਾਹਿਬ, ਮੈਂ NRIs ਤੇ ਆਉਣਾ ਸੀਗਾ, ਮੈਂ ਕਲੀਅਰ ਕਰਦਾ। ਜਿੱਦਾਂ ਤੁਸੀਂ ਆਪਦੀ ਐਗਜ਼ਾਮਪਲ ਦਿੱਤੀ, ਇਕੱਲਾ ਤੁਹਾਨੂੰ ਇਹ ਹੀ ਨਹੀਂਗਾ ਕਿ ਤੁਹਾਨੂੰ ਅਕਾਊਂਟ ਖੁਲਾਉਣਾ ਪੈਣਾ। ਪਹਿਲਾਂ ਤੁਸੀਂ ਇੱਥੋਂ ਟਿਕਟ ਲੈ ਕੇ ਉੱਥੇ ਜਾਓਗੇ, ਉੱਥੇ ਤੁਸੀਂ ਪਹਿਲਾਂ ਆਧਾਰ ਕਾਰਡ ਬਣਾਓਗੇ, ਫਿਰ ਤੁਹਾਡਾ ਅਕਾਊਂਟ ਖੁੱਲੂਗਾ, ਫਿਰ ਤੁਸੀਂ ਉਹ FCI ਆਫਿਸ ਜਮ੍ਹਾਂ ਕਰਾ ਕੇ ਆਓਗੇ, ਫਿਰ ਉਹ ਰੈਕਡ ਚੈੱਕ ਕਰਨਗੇ, ਫਿਰ ਤੁਹਾਡੇ ਅਕਾਊਂਟ 'ਚ ਮਨੀ ਆਊਗੀ, ਤੁਸੀਂ ਉਹ ਕਢਾ ਕੇ ਵਾਪਸ ਜਿਹਨੂੰ ਵੀ ਦੇਣੀ ਹੈ ਤੁਸੀਂ ਦੇਣਾ ਪਊਗਾ। ਤੁਸੀਂ ਇੰਨੇ ਲੰਮੇ ਪ੍ਰੋਸੈਸ ਲਈ ਤਿਆਰ ਹੋ, ਮੈਂਟਲੀ ਤਿਆਰ ਹੋ? ਕੋਈ NRI ਤਿਆਰ ਹੈ? ਮੈਂਟਲੀ ਦੇਖੋ ਜੀ, ਮਤਲਬ ਇਹ ਬੜਾ ਇੱਕ ਲੰਮਾ ਚੌੜਾ ਰਗੜਾ ਹੈ। ਇੱਥੋਂ ਕਿਸੇ ਨੂੰ ਨੌਕਰੀ ਛੁੱਟੀ ਲੈਣੀ ਪਊਗੀ, ਜਾਣਾ ਪਊਗਾ, ਆਉਣਾ ਪਊਗਾ। ਸੋ ਮੈਂ ਤਾਂ ਕਹਿਣਾ ਕਿ ਜਦੋਂ ਜਿਨ੍ਹਾਂ ਲੋਕਾਂ ਨੇ ਠੇਕੇ ਤੇ ਜਿਹੜੇ ਉਹ ਨਾਨ ਓਨਰ ਕੰਮ ਕਰਦੇ ਸੀ, ਜਦੋਂ ਉਹ ਮੰਡੀ 'ਚ ਜਾ ਕੇ ਵੇਚਦੇ ਆ, ਉਹਨਾਂ ਨੂੰ ਪੈਸੇ FCI ਨੂੰ ਦੇ ਦੇਣੇ ਚਾਹੀਦੇ ਆ। ਉਹਨਾਂ ਦਾ ਵੀ ਹਿਸਾਬ ਕਿਤਾਬ ਤਾਂ ਕਿਤੇ ਹੁੰਦਾ। ਉਹ ਗਰਦੌਰੀ 'ਚ ਚਾਹੇ ਉਹ ਮੇਰੇ ਨਾਂ ਚੜੀ ਸੀ, ਪਰ ਉਹ ਲੋਕ ਉੱਥੇ ਟੇਕ ਕੇਅਰ ਕਰਦੇ ਆ। ਪਿੰਡ ਦੇ ਸਰਪੰਚ ਨੂੰ ਪਤਾ ਇਹ ਜ਼ਮੀਨ ਵਾਹੁੰਦੇ ਆ, ਫਿਰ ਉਹ ਸੀਡ ਲਿਆਉਂਦੇ ਆ, ਫਰਟੀਲਾਈਜ਼ਰ ਲਿਆਉਂਦੇ ਆ, ਉਹਨਾਂ ਦੇ ਹਿਸਾਬ ਖੁੱਲੇ ਆ, ਸਬਸਿਡੀ ਉਹਨਾਂ ਨੂੰ ਮਿਲਦੀ ਹੈ, ਉਹ ਸਾਨੂੰ ਤਾਂ ਨਹੀਂ ਆਉਂਦੀ। ਜਦੋਂ ਉਹਨਾਂ ਨੂੰ ਫਰਟੀਲਾਈਜ਼ਰ ਮਿਲਦਾ ਹੈ ਤਾਂ ਉੱਥੇ ਉਹ ABC ਨਾਂ ਲਿਖੇ ਹੈ। ਸੋ ਇਹ ਸਿਸਟਮ ਨੂੰ ਚੇਂਜ ਕਰਨ 'ਚ ਇੱਕਦਮ ਇਹਦੇ ਨਾਲ ਲੋਕਾਂ ਦਾ ਆਪਸ 'ਚ ਥੋੜਾ ਟਕਰਾਅ ਹੋ ਸਕਦਾ ਹੈ। ਕੋਈ ਕਿਸੇ ਨੂੰ ਪੈਸਾ ਮਿਲੇ, ਜੇ ਨਾ ਵੀ ਟਕਰਾਅ ਹੋਵੇ, ਅਗਰ ਉਹ ਮੇਰੇ ਅਕਾਊਂਟ 'ਚ ਆ ਗਏ, ਉਹਨੂੰ ਦੁਬਾਰਾ ਕੱਢ ਕੇ ਦੇਣਾ ਉਹਨਾਂ ਲੋਕਾਂ ਨੂੰ, ਉਹਨਾਂ ਦੀਆਂ ਲੋੜਾਂ ਹੁੰਦੀਆਂ ਜਿਹੜੇ ਰੋਜ਼ ਲੋਕ ਕੰਮ ਕਰਦੇ। ਸੋ ਇਸ ਸਿਸਟਮ ਨੂੰ ਕਾਹਲੀ ਚਲਾਇਆ ਜਾ ਰਿਹਾ ਜੀ। ਹਾਂਜੀ ਬਾਜਵਾ ਸਾਹਿਬ, ਮੇਰੇ ਕੋਲ ਨਾ ਇੱਕ ਕੁਐਸਚਨ ਹੋ ਰਿਹਾ ਆੜਤੀਆਂ ਦੇ ਕੋਲ, ਪਰ ਮੈਂ ਇੱਕ ਵਾਰ ਦੁਬਾਰਾ ਚੰਦੂ ਮਾਜਰਾ ਸਾਹਿਬ ਦੇ ਪੁਆਇੰਟ ਤੇ ਜਾਣਾ। ਉਹਨਾਂ ਨੇ ਬੜੀ, ਸ਼ਾਇਦ ਤੁਸੀਂ ਸੁਣਿਆ ਕਿ ਨਹੀਂ, ਤਾਂ ਮੈਂ ਦਰਸ਼ਕਾਂ ਲਈ ਵੀ ਕਲੀਅਰ ਕਰਦਾ ਕਿ ਅਸੀਂ ਜਦੋਂ ਇਹ ਬਿੱਲ ਬਣ ਰਹੇ ਸੀਗੇ, ਉਦੋਂ ਅਸੀਂ ਕਿਹਾ ਸੀਗਾ ਵੀ ਇਹ ਚੀਜ਼ਾਂ 'ਚ ਅਮੈਂਡਮੈਂਟ ਕਰ ਲਓ। ਉਦੋਂ ਅਸੀਂ ਕਹਿੰਦੇ ਸੀ ਵੀ ਉਹਨਾਂ ਦੇ ਨਾਲ ਆ, ਫਿਰ ਕਹਿੰਦੇ ਸੀ ਬੰਦ ਕਮਰਾ ਮੀਟਿੰਗ ਦੇ ਵਿੱਚ ਵੀ ਇਹੀ ਕਿਹਾ BJP ਵਾਲਿਆਂ ਨੂੰ ਵੀ ਜੇ ਤੁਸੀਂ ਕੰਟੀਨਿਊ ਕੀਤਾ ਵਿਦਆਊਟ ਅਮੈਂਡਮੈਂਟ ਜਾਂ ਕੁਝ ਵੀ, ਤਾਂ ਸਾਨੂੰ NDA ਛੱਡਣਾ ਪੈ ਸਕਦਾ। ਠੀਕ ਹੈ। ਨੰਬਰ 3, ਉਹ ਕਹਿੰਦੇ ਅਸੀਂ ਜਨਤਾ ਪਾਰਟੀ ਵਾਲਿਆਂ ਕੋਲ ਵੀ ਗਏ ਵੀ ਤੁਹਾਡੇ ਪ੍ਰੈਸ਼ਰ ਜ਼ਿਆਦਾ ਮੰਨਣਗੇ। ਚਲੋ ਉਹ ਆਪਾਂ ਉਹਨਾਂ ਨੂੰ ਪਾਸੇ ਛੱਡ ਦਿੰਦੇ, ਪਰ ਉਹ ਬੜੀ ਚੰਗੀ ਤਰ੍ਹਾਂ ਕਲੀਅਰ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਉਹਨਾਂ ਨੂੰ ਜ਼ੋਰ ਲਾਇਆ, ਇਹ ਵੀ ਕਿਹਾ ਕਿ ਸਾਨੂੰ ਛੱਡਣਾ ਪੈ ਸਕਦਾ ਜੇ ਨਹੀਂ ਤਾਂ। ਜਿਹੜੀ ਹੁਣ ਕਈ ਗੱਲਾਂ ਦੇ ਕਹਿੰਦੇ ਸੀ ਨਾ ਵੀ ਆਪਣੇ ਲੋਕਾਂ ਦੇ ਇੱਥੇ NRIs ਦੇ ਵਿੱਚ ਇੱਕ ਗਲਤ ਧਾਰਨਾ ਬਣ ਗਈ ਸੀ ਜੀ, ਉਹਨਾਂ ਨੂੰ ਪਹਿਲਾਂ ਛੱਡਣਾ ਚਾਹੀਦਾ ਸੀਗਾ। ਅੱਜ ਉਹ ਬੜੇ ਚੰਗੀ ਤਰ੍ਹਾਂ ਕਲੀਅਰ ਕਰ ਗਏ ਕਿ ਅਸੀਂ ਇਹ ਕਲੀਅਰ BJP ਨਾਲ ਕੀਤਾ ਸੀਗਾ ਕਿ ਜੇ ਇੱਦਾਂ ਹੀ ਕੰਟੀਨਿਊ ਰਿਹਾ ਤਾਂ ਅਸੀਂ ਤੁਹਾਡਾ NDA ਛੱਡ ਦੇਵਾਂਗੇ। ਕੀ ਕਹਿਣਾ ਚਾਹੋਗੇ ਇੱਥੇ ਜੀ? ਹਾਂਜੀ, ਉਸ ਤੇ ਉਹਦਾ ਇਸ ਤਰ੍ਹਾਂ ਹੈ, ਇਹ ਹੁਣ ਮੀਟਿੰਗਾਂ ਤਾਂ ਉਹਨਾਂ ਨੇ ਖੁਦ ਕੀਤੀਆਂ, ਔਰ ਉਹ ਬੜੇ ਕ੍ਰੈਡੀਬਲ ਲੀਡਰ ਹੈ, ਸਾਨੂੰ ਉਹਨਾਂ ਦੀ ਗੱਲ ਤੇ ਯਕੀਨ ਕਰਨਾ ਬਣਦਾ। ਜੇ ਐਕਚੁਅਲੀ ਉਹਨਾਂ ਨੇ ਜੇ ਰਿਐਲਿਟੀ ਐਵੇਂ ਦੱਸੀ ਹੈ, ਇਹਦੇ 'ਚ ਅਕਾਲੀ ਦਲ ਦਾ ਉਹਨਾਂ ਨਹੀਂ ਹੈ ਕਸੂਰ ਜਿੰਨਾ ਲੋਕਾਂ 'ਚ ਬਣ ਗਿਆ, ਪਰ ਐਟ ਦਾ ਸੇਮ ਟਾਈਮ ਉਹ ਹੁਣ ਥੋੜੇ ਜਿਹੇ ਲੋਕਾਂ ਨੇ, ਜਾਂ ਈਵਨ ਮੈਂ ਵੀ ਸੁਣਿਆ, ਹੋਰਾਂ ਨੇ ਵੀ ਸੁਣਿਆ ਵੀ ਵੱਡੇ ਬਾਦਲ ਸਾਹਿਬ ਵੀ ਕਹਿ ਰਹੇ ਸੀ ਇਹ ਕਾਨੂੰਨ ਬਹੁਤ ਚੰਗੇ ਹੈ, ਔਰ
ਬੀਬਾ ਜੀ ਵੀ ਕਹਿ ਰਹੇ ਸੀ ਚੰਗੇ ਆ, ਸੁਖਬੀਰ ਵੀ ਕਹਿੰਦਾ ਸੀ ਚੰਗੇ ਆ। ਅਗਰ ਉਦੋਂ ਉਹਨਾਂ ਨੇ ਕੋਈ ਚੀਜ਼ਾਂ ਮਨਾਉਣੀਆਂ ਸੀ, ਅਗਰ ਉਹ ਉਸ ਤਰ੍ਹਾਂ ਦੀ ਗਰੰਟੀ ਲੋਕਾਂ ਨੂੰ ਦੇ ਰਹੇ ਸੀ ਤੇ ਬੀਜੇਪੀ ਮੁੜ ਕੇ ਮੁੱਕਰ ਗਈ ਤੇ ਫਿਰ ਅਕਾਲੀਆਂ ਦਾ ਤਾਂ ਨੈਚੁਰਲੀ ਘੱਟ ਕਸੂਰ ਹੈ ਬੀਜੇਪੀ ਦਾ। ਯਾਰ ਜੀ ਬਾਜਵਾ ਸਾਹਿਬ, ਜਿਹੜੀ ਆਪਾਂ ਫਸਲਾਂ ਦੀ ਗੱਲ ਕਰਦੇ ਇਹਨੂੰ ਕੰਟੀਨਿਊ ਕਰਾਂਗੇ ਆਪਾਂ ਅਗਲੇ ਹਫਤੇ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕੁਐਸਚਨ ਹੋਰ ਉੱਠ ਰਹੇ ਹੈ ਤੇ ਅੱਜ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਥੈਂਕ ਯੂ ਜੀ ਗੁਰਲਾਲ ਜੀ, ਥੈਂਕ ਯੂ। ਦਰਸ਼ਕੋ, ਅੱਜ ਦਾ ਟਾਈਮ ਕਰੀਬ ਸਮਾਪਤ ਹੈ। ਮੈਂ ਇੱਕ ਪੋਜ਼ਿਟਿਵ ਨੋਟ ਤੇ ਐਂਡ ਕਰਦਾ ਹੁੰਨਾ ਆ। ਬਹੁਤ ਗੱਲਾਂ ਕਲੀਅਰ ਹੋਈਆਂ ਚੰਦੂ ਮਾਜਰਾ ਸਾਹਿਬ ਨਾਲ, ਬਾਜਵਾ ਸਾਹਿਬ ਨਾਲ। ਬਹੁਤ ਮੇਰੇ ਕੋਲ ਹੋਰ ਬਹੁਤ ਜ਼ਿਆਦਾ ਨਿਊਜ਼ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ, ਪਰ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਪੋਜ਼ਿਟਿਵ ਨੋਟ ਤੇ ਇੱਕ ਗੀਤਾ ਨਾਮ ਦੀ ਕੁੜੀ ਪਾਕਿਸਤਾਨ ਚਲੀ ਗਈ ਸੀ ਅੱਜ ਤੋਂ 12-13 ਸਾਲ ਪਹਿਲਾਂ। ਉਹ ਕਿੱਦਾਂ ਗਈ ਸੀ, ਉਹ ਸੁਣ ਨਹੀਂ ਸਕਦੀ, ਉਹਨੂੰ ਮੈਂਟਲੀ ਸਿਕਨੈਸ ਵੀ ਹੈਗੀ ਥੋੜ੍ਹੀ ਜਿਹੀ, ਪੂਰੀ ਕਲੀਅਰ ਨਹੀਂ, ਪਰ ਮਹਿਰੂਮ ਸੁਸ਼ਮਾ ਸਵਰਾਜ ਜੀ ਦੇ ਕੋਸ਼ਿਸ਼ਾਂ ਕਰਕੇ ਉੱਥੇ ਈਦੀ ਫਾਊਂਡੇਸ਼ਨ ਨੇ ਰੇਲਵੇ ਸਟੇਸ਼ਨ ਤੇ ਲੱਭੀ, ਉਹਨੂੰ ਚੰਗੀ ਤਰ੍ਹਾਂ ਸੰਭਾਲਿਆ ਤੇ ਫਿਰ ਸੁਸ਼ਮਾ ਸਵਰਾਜ ਜੀ ਨੇ ਉਹਨੂੰ ਵੀਜ਼ਾ ਵਾਪਸ ਇੰਡੀਆ ਲਿਆਂਦਾ। ਤਾਂ ਫਿਰ ਉਹਦੇ ਮਾਂ-ਬਾਪ ਲੱਭੇ ਜਾਣੇ ਚਾਹੀਦੇ ਸੀਗੇ। ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਸਾਡੀ ਧੀ ਆ, ਪਰ DNA ਨਹੀਂ ਰਲਿਆ। ਗੁੱਡ ਨਿਊਜ਼ ਹੈ, ਹਾਲੇ ਪੂਰੀ ਕਲੀਅਰ ਨਹੀਂ ਹੈ ਕਿ ਉਹਦੇ ਮਾਂ-ਬਾਪ ਜਿਹੜੇ ਮਹਾਰਾਸ਼ਟਰ ਦੇ ਔਰੰਗਾਬਾਦ ਰਹਿੰਦੇ ਹੈ ਤੇ ਉਹਨਾਂ ਦਾ ਜਿਹੜੀ ਸਾਰੀ DNA ਟੈਸਟ ਕੀਤੀ ਹੈ, ਜੋ ਨਿਸ਼ਾਨੀਆਂ ਦੱਸੀਆਂ ਸੀ ਐਕਸਕਿਊਜ਼ ਮੀ ਗੀਤਾ ਜੀ ਨੇ, ਉਹ ਕਰੀਬ ਮੈਚ ਕਰ ਰਹੀਆਂ ਨੇ। ਤਾਂ ਅਸੀਂ ਚਾਹੁੰਦੇ ਵੀ ਕੋਈ ਵੀ ਧੀ ਪੁੱਤ ਬੱਚਾ ਵੀ ਘਰੋਂ ਬੇਘਰ ਨਾ ਹੋਵੇ। ਆਪਣਾ ਪੂਰਾ ਖਿਆਲ ਰੱਖਿਓ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਸ਼ੱਬਾ ਖੈਰ।